जय साईं जी दी, जय बाबा मुराद छवली जी। रब एक जय साईं जी। 786 SA ऑफिशियल चैनल ਦੇ ਨਾਲ जुड़ी हुई हर एक नेक रूह ਨੂੰ सलाम है। ਸਭ ਦਾ ਨਿੱਘਾ ਸਵਾਗਤ ਹੈ। ਅੱਜ ਦੀ ਵੀਡੀਓ ਰਹਿਮਤਾਂ ਨਾਲ ਭਰੀ ਹੋਈ ਬਹੁਤ ਹੀ ਖਾਸ ਅੱਜ ਦੀ ਗੱਲ ਹੈ ਬਾਬਾ ਜੀ ਕਿ ਸਾਈਂ ਲੋਕਾਂ, ਗੁਰੂਆਂ, ਰਹਿਬਰਾਂ, ਪੀਰਾਂ, ਫਕੀਰਾਂ ਦੇ ਦਰ ਤੋਂ ਖੈਰ ਕਿਸ ਨੂੰ ਪੈਂਦੀ ਹੈ ਔਰ ਕੌਣ ਖਾਲੀ ਹੀ ਜਾਂਦਾ ਹੈ। ਜਾਂ ਉਹ ਕਹਿੰਦੇ ਹੈ ਨਾ, ਪਹਿਲਾਂ ਬਾਬਾ ਜੀ ਨੇ ਸਾਡੇ ਕੋਲੋਂ ਆਹ ਲੈ ਲਿਆ ਜੀ, ਸਾਡੇ ਕੋਲੋਂ ਉਹ ਲੈ ਲਿਆ ਜੀ। ਤਾਂ ਆਪਾਂ ਸਭ ਨੇ ਸੁਣਿਆ ਹੋਵੇਗਾ ਜੋ ਪੁਰਾਣੇ ਸਾਈਂ ਜੀ ਨਾਲ ਜੁੜੇ ਹੈ ਕਿ ਉਹ ਕਹਿੰਦੇ ਹੁੰਦੇ ਵੀ ਖਾਲੀ ਭਰਦਾ ਹੈ ਉਹ ਮਾਲਕ, ਜਿਹੜਾ ਖਾਲੀ ਆਇਆ ਹੈ ਉਹਨੂੰ ਭਰਨਾ। ਹੁਣ ਇਸ ਗੱਲ ਦਾ ਵੀ ਕੋਈ ਮਤਲਬ ਸੀ ਜਾਂ ਕੀ ਮਤਲਬ ਸੀ? ਇਹੀ ਗੱਲ ਸੰਤ ਰਹਿਬਰ ਸਤਿਗੁਰੂ ਕਬੀਰ ਸਾਹਿਬ ਜੀ ਨੇ ਸਮਝਾਈ ਹੈ ਔਰ ਫਰਮਾਇਆ ਹੈ ਕਿ भरा आए सो खाली जाए, खाली आए भराए। कहे कबीर इस भेद को कोई विरला प्रेमी पाए। जरा गौर करना, सतगुरु कबीर साहब दसदे है भेद की गल, मतलब राज की गल। और वो कहते हैं कि इस राज नूं दुनियादार हर कोई नहीं समझ सकता। ਇਹਦੇ 'ਚ ਆਪਾਂ ਬਾਬਾ ਫਰੀਦ ਜੀ ਮਹਾਰਾਜ ਦੀ ਗੱਲ ਕਰਨੀ ਹੈ। ਗੌਰ ਨਾਲ ਸੁਣਨਾ ਅੱਜ ਦੀ ਗੱਲ। ਰਾਜ਼ ਹੈ, ਕਹਿੰਦੇ ਦੁਨੀਆਦਾਰ ਹਰ ਕੋਈ ਨਹੀਂ ਇਸ ਚੀਜ਼ ਨੂੰ ਸਮਝ ਸਕਦਾ। ਇਸ ਰਾਜ ਨੂੰ ਸਮਝ ਕੌਣ ਸਕਦਾ ਹੈ? ਤਾਂ ਕਬੀਰ ਮਹਾਰਾਜ ਜੀ ਨੇ ਇੱਥੇ ਦੱਸਿਆ ਕਿ ਵਿਰਲਾ ਕੋਈ ਪ੍ਰੇਮੀ ਪਾਏ, ਕਿ ਇਸ ਰਾਜ ਨੂੰ, ਇਸ ਭੇਦ ਨੂੰ ਕਬੀਰ ਸਾਹਿਬ ਕਹਿੰਦੇ ਉਹੀ ਸਮਝ ਸਕਦਾ ਹੈ ਜਿਸ ਦੇ ਅੰਦਰ ਪ੍ਰੇਮ ਹੋਏਗਾ, ਜਿਸ ਦੇ ਅੰਦਰ ਪਿਆਰ ਹੋਏਗਾ। ਕਿਉਂਕਿ ਸੰਤਾਂ, ਗੁਰੂਆਂ, ਪੀਰਾਂ, ਫਕੀਰਾਂ ਦੇ ਵਚਨਾਂ ਨੂੰ ਸਮਝਣ ਵਾਸਤੇ ਪ੍ਰੇਮ ਦੀ, ਇਸ਼ਕ ਦੀ ਜ਼ਰੂਰਤ ਹੁੰਦੀ ਹੈ, ਸਮਝ ਦੀ ਜ਼ਰੂਰਤ ਨਹੀਂ ਹੁੰਦੀ। ਕਹਿੰਦੇ ਵਿਗਿਆਨ ਦੀ ਖੋਜ ਨੂੰ ਸਮਝਣਾ ਹੈ ਜਾਂ ਸਾਇੰਸ ਕਹਿੰਦੀ ਹੈ ਕਿ ਉਹਨੂੰ ਸਮਝਣਾ ਹੈ, ਸਾਇੰਸ ਨੂੰ ਸਮਝਣ ਵਾਸਤੇ ਦਿਮਾਗ ਨਾਲ ਸਮਝਣਾ ਪੈਂਦਾ ਹੈ। ਕਿਉਂਕਿ ਉਹ ਖੋਜਾਂ ਕਿੱਥੋਂ ਹੋਈਆਂ? ਉਹ ਦਿਮਾਗ ਤੋਂ ਹੋਈਆਂ ਹਨ ਬਾਬਾ ਜੀ। ਸਾਇੰਸ, ਵਿਗਿਆਨ ਦਿਮਾਗ ਤੋਂ ਖੋਜ ਕਰਦੀ ਹੈ, ਅਤੇ ਜਿਹੜੀ ਖੋਜ ਦਿਮਾਗ ਤੋਂ ਹੋਵੇ ਉਹਨੂੰ ਸਮਝਣ ਵਾਸਤੇ ਜ਼ਰੂਰਤ ਵੀ ਦਿਮਾਗ ਦੀ ਜਾਂ ਸਮਝ ਦੀ ਹੁੰਦੀ ਹੈ। ਔਰ ਸੰਤਾਂ, ਗੁਰੂਆਂ, ਰਹਿਬਰਾਂ, ਪੀਰਾਂ, ਫਕੀਰਾਂ ਦੀ ਬਾਣੀ, ਉਹਨਾਂ ਦੀ ਜਿਹੜੀ ਖੋਜ ਹੁੰਦੀ ਹੈ ਉਹ ਭਾਵੇਂ ਉਹ ਸ਼ਬਦਾਂ ਦੇ ਜ਼ਰੀਏ ਕੁਝ ਸਾਨੂੰ ਸਮਝਾਉਂਦੇ ਹੈ ਜਾਂ ਆਪਣੇ ਕਰਮਾਂ ਦੇ ਜ਼ਰੀਏ। ਕਰਮ ਮਤਲਬ ਉਹਨਾਂ ਦੇ ਜੀਵਨ ਦੀਆਂ ਜੋ ਅਸੀਂ ਸਾਖੀਆਂ ਸੁਣਦੇ ਹਾਂ, ਉਹਨਾਂ ਦੀਆਂ ਰਹਿਮਤਾਂ ਸੁਣਦੇ ਹਾਂ, ਉਹਨਾਂ ਨੇ ਇਸ ਤਰ੍ਹਾਂ ਕੀਤਾ ਸੀ ਜਾਂ ਉਸ ਤਰ੍ਹਾਂ ਕੀਤਾ ਸੀ। ਪਰ ਉਹਨਾਂ ਦੇ ਜੋ ਕਰਮ ਹੁੰਦੇ ਹੈ, ਉਹਨਾਂ ਦੀ ਜੋ ਬਾਣੀ ਹੁੰਦੀ ਹੈ, ਉਹਨਾਂ ਦੇ ਜੋ ਕਰਮ ਹੁੰਦੇ ਹੈ ਉਹ ਕਿੱਥੋਂ ਹੁੰਦੇ ਹੈ? ਉਹ ਸ਼ਬਦ ਜੋ ਉਚਾਰਨ ਕਰਦੇ ਹੈ ਉਹ ਕਿੱਥੋਂ ਉਚਾਰਨ ਕਰਦੇ ਹੈ? ਉਹ ਸ਼ਬਦ ਉਚਾਰਨ ਕਰਦੇ ਹੈ ਆਪਣੇ ਦਿਲ ਤੋਂ ਬਾਬਾ ਜੀ। ਸਾਈਂ ਲੋਕ ਫਰਮਾਉਂਦੇ ਹੈ ਉਹਨਾਂ ਨੇ ਜੋ ਵੀ ਸਾਨੂੰ ਇਨਸਾਨਾਂ ਨੂੰ ਸਮਝਾਇਆ ਹੈ ਉਹਨਾਂ ਨੇ ਦਿਲੋਂ ਸਮਝਾਇਆ ਹੈ, ਪ੍ਰੇਮ ਨਾਲ ਸਮਝਾਇਆ ਹੈ। ਇਸੇ ਲਈ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਹੈ ਕਿ ਜੇ ਸੰਤਾਂ, ਗੁਰੂਆਂ, ਫਕੀਰਾਂ ਦੀ ਬਾਣੀ ਸਮਝਣਾ ਹੈ ਨਾ, ਤੂੰ ਉਸ ਰੱਬ ਦੀ ਰਹਿਮਤ ਨੂੰ ਸਮਝਣਾ ਹੈ, ਤੇ ਅਸੀਂ ਲੋਕ ਦਿਮਾਗਾਂ ਨਾਲ ਨਹੀਂ ਉਹਨੂੰ ਸਮਝ ਸਕਦੇ। ਉਹਨੂੰ ਸਮਝਣ ਵਾਸਤੇ ਦਿਲ ਦੀ ਲੋੜ ਹੈ। ਕਿਉਂਕਿ ਜਿੱਦਾਂ ਪਹਿਲਾਂ ਆਪਾਂ ਗੱਲ ਕੀਤੀ ਕਿ ਜਿਹੜੀ ਚੀਜ਼ ਦਿਮਾਗ ਨਾਲ ਖੋਜੀ ਜਾਂਦੀ ਹੈ ਉਹਨੂੰ ਸਮਝਣ ਲਈ ਦਿਮਾਗ ਦੀ ਲੋੜ ਪੈਂਦੀ ਹੈ, ਔਰ ਜਿਹੜੀ ਚੀਜ਼ ਦਿਲ ਤੋਂ ਕੀਤੀ ਜਾਂਦੀ ਹੈ ਉਹਨੂੰ ਸਮਝਣ ਵਾਸਤੇ ਦਿਲ ਦੀ ਜ਼ਰੂਰਤ ਪੈਂਦੀ ਹੈ। ਇਸ ਲਈ ਇਸ ਸ਼ਬਦ ਅੰਦਰ ਜੋ ਕਬੀਰ ਸਾਹਿਬ ਨੇ ਗੱਲ ਕੀਤੀ ਹੈ ਉਹ ਪ੍ਰੇਮ ਦੇ ਤਰਫ ਇਸ਼ਾਰਾ ਕੀਤਾ ਹੈ। ਪ੍ਰੇਮੀ, ਪ੍ਰੇਮ, ਇਸ਼ਕ ਦੇ ਵੱਲ ਇਸ਼ਾਰਾ ਕੀਤਾ ਹੈ। ਸੋ ਇਹ ਇਹੀ ਗੱਲ ਕਰ ਰਹੇ ਨੇ ਕਿ ਗੁਰੂਆਂ, ਰਹਿਬਰਾਂ ਕੋਲ ਜਾਣ ਲੱਗਿਆਂ ਕੀ ਲੈ ਕੇ ਜਾਣਾ ਚਾਹੀਦਾ ਹੈ? ਆਪਣੇ ਇਸ਼ਕ ਨੂੰ ਲੈ ਕੇ ਜਾਣਾ ਚਾਹੀਦਾ ਹੈ, ਪ੍ਰੇਮ ਨੂੰ ਲੈ ਕੇ ਜਾਣਾ ਚਾਹੀਦਾ ਹੈ। ਕਿ ਜਦੋਂ ਅਸੀਂ ਗੁਰੂਆਂ, ਰਹਿਬਰਾਂ ਕੋਲ ਆਵਾਂਗੇ ਪ੍ਰੇਮ ਨਾਲ, ਫਿਰ ਹੀ ਅਸੀਂ ਉਹਨਾਂ ਨੂੰ ਸਮਝ ਪਾਵਾਂਗੇ ਜੋ ਸੰਤਾਂ, ਫਕੀਰਾਂ, ਗੁਰੂਆਂ ਜੋ ਸਾਨੂੰ ਸਮਝਾਉਣਾ ਚਾਹੁੰਦੇ ਹੈ। ਹੁਣ ਇੱਥੇ ਕਬੀਰ ਸਾਹਿਬ ਜੀ ਇਹੀ ਤਾਂ ਸਮਝਾ ਰਹੇ ਹੈ ਕਿ ਫਕੀਰਾਂ, ਸੰਤਾਂ ਕੋਲ ਆਉਣ ਦੀ ਕਲਾ ਸਮਝਾ ਰਹੇ ਹੈ ਕਿ ਆਉਣਾ ਕਿਸ ਤਰ੍ਹਾਂ ਹੈ ਉਹਨਾਂ ਕੋਲ। ਫਕੀਰਾਂ, ਗੁਰੂਆਂ ਕੋਲ ਆਉਣ ਦਾ ਤਰੀਕਾ ਬਾਬਾ ਜੀ, ਕਿ ਅਸੀਂ ਕਿਸ ਤਰੀਕੇ ਨਾਲ ਸੰਤਾਂ, ਫਕੀਰਾਂ ਕੋਲ ਆਵਾਂਗੇ ਤਾਂ ਅਸੀਂ ਭਰ ਕੇ ਜਾਵਾਂਗੇ। ਜਿਸ ਤਰ੍ਹਾਂ ਇੱਥੇ ਨਾ ਇੱਕ ਹਜ਼ਰਤ ਫਰੀਦੋਦੀਨ ਬਾਬਾ ਗੰਜ ਸ਼ਕਰ ਜੀ ਰਹਿਮਤੁल्लाह अलैह जी ਦੇ ਜੀਵਨ ਦੀ ਇੱਕ ਗੱਲ ਹੈ, ਸਾਖੀ ਹੈ, ਜੋ ਬਾਬਾ ਫਰੀਦ ਜੀ ਨੇ ਆਪਣੇ ਮੁਰੀਦਾਂ ਨੂੰ ਸੁਣਾਇਆ ਕਰਦੇ ਸੀ। ਫਕੀਰ ਗੱਲ ਕਰਦੇ ਆ। ਜਿਸ ਤਰ੍ਹਾਂ ਨਾ ਇੱਕ ਦਿਨ ਬਾਬਾ ਫਰੀਦ ਜੀ ਨੂੰ ਕਿਸੇ ਨੇ ਸਵਾਲ ਕੀਤਾ
ਕਿ ਮਹਾਰਾਜ ਤੁਸੀਂ 36 ਸਾਲ ਇਬਾਦਤ ਕੀਤੀ। ਤੁਹਾਨੂੰ ਪਤਾ ਹੋਏਗਾ ਸਾਰਿਆਂ ਨੂੰ ਕਿ ਬਾਬਾ ਫਰੀਦ ਜੀ ਨੇ 36 ਸਾਲ ਇਬਾਦਤ ਕੀਤੀ, ਔਰ ਇਹ ਤਾਂ ਸਾਨੂੰ ਸਭ ਨੂੰ ਪਤਾ ਹੈ। ਤਪ ਕੀਤਾ ਉਹਨਾਂ ਨੇ 36 ਸਾਲ। ਤਾਂ ਕਿਸੇ ਨੇ ਉਹਨਾਂ ਨੂੰ ਸਵਾਲ ਪੁੱਛਿਆ ਕਿ ਤੁਸੀਂ 36 ਸਾਲ ਤਪ ਕੀਤਾ, 36 ਸਾਲ ਇਬਾਦਤ ਕੀਤੀ ਪਹਿਲਾਂ, ਔਰ ਬਾਅਦ ਵਿੱਚ ਜਾ ਕੇ ਤੁਸੀਂ ਮੁਰਸ਼ਦ ਧਾਰਨਾ, ਬਾਅਦ ਵਿੱਚ ਤੁਸੀਂ ਮੁਰਸ਼ਦ ਗੁਰੂ ਬਣਾਉਣ ਦੀ ਕੀ ਲੋੜ ਪੈ ਗਈ ਤੁਹਾਨੂੰ? ਕਿਉਂਕਿ 36 ਸਾਲ ਤੁਸੀਂ ਇਬਾਦਤ ਕੀਤੀ। ਇਨਸਾਨ ਤਾਂ ਮੁਰਸ਼ਦ ਬਣਾਉਂਦਾ ਹੈ ਇਬਾਦਤ ਕਰਨੇ ਵਾਸਤੇ, ਇਨਸਾਨ ਤਾਂ ਮੁਰਸ਼ਦ ਬਣਾਉਂਦਾ ਹੈ ਕਿਸੇ ਮੰਜ਼ਿਲ ਤੇ ਪਹੁੰਚਣ ਵਾਸਤੇ, ਪਰ ਤੁਸੀਂ ਤਾਂ ਪਹਿਲਾਂ ਹੀ ਮਹਾਰਾਜ ਇਬਾਦਤ 36 ਸਾਲ ਕਰ ਚੁੱਕੇ ਸੀ। ਔਰ ਸੁਣਿਆ ਹੈ ਤੁਸੀਂ ਚਿੜੀਆਂ ਨਾਲ, ਪਸ਼ੂਆਂ ਪਕਸ਼ੀਆਂ ਨਾਲ ਗੱਲਾਂ ਕਰਦੇ ਸੀ, ਔਰ ਇਹ ਵੀ ਸੁਣਿਆ ਕਿ ਤੁਸੀਂ ਜੰਗਲ 'ਚ ਚਿੜੀਆਂ ਨੂੰ ਕਿਹਾ ਕਿ ਉੱਡ ਜਾਓ ਚਿੜੀਓ, ਮਰ ਜਾਓ ਚਿੜੀਓ। ਜਦੋਂ ਉਹਨਾਂ ਨੇ ਕਿਹਾ ਕਿ ਚਿੜੀਓ ਮਰ ਜਾਓ ਤਾਂ ਚਿੜੀਆਂ ਮਰ ਗਈਆਂ ਸੀ। ਫਿਰ ਤੁਸੀਂ ਕਿਹਾ ਕਿ ਉੱਡ ਜਾਓ ਚਿੜੀਓ, ਤਾਂ ਚਿੜੀਆਂ ਉੱਡ ਗਈਆਂ ਸੀ। ਤਾਂ ਮਹਾਰਾਜ ਜੀ ਤੁਹਾਡੇ ਅੰਦਰ ਤਾਂ ਪਹਿਲਾਂ ਹੀ ਜਿਉਂਦਿਆਂ ਨੂੰ ਮਾਰਨ ਦੀ ਤੇ ਮੁਰਦਿਆਂ ਨੂੰ ਜਗਾਉਣ ਦੀ ਤਾਕਤ ਸੀ, ਤੇ ਜਦੋਂ 36 ਸਾਲ ਦੀ ਇਬਾਦਤ ਕਰਕੇ ਤੁਸੀਂ ਉਸ ਤਾਕਤ ਨੂੰ ਪ੍ਰਾਪਤ ਕੀਤਾ ਤਾਂ ਫਿਰ ਤੁਹਾਨੂੰ ਮੁਰਸ਼ਦ ਬਣਾਉਣ ਦੀ ਕੀ ਲੋੜ ਸੀ? ਹੁਣ ਜ਼ਰਾ ਗੌਰ ਨਾਲ ਸੁਣਨਾ ਇਸ ਗੱਲ ਨੂੰ। ਇਹਦੇ 'ਚ ਦੋਨੋਂ ਜਵਾਬ ਹੈ ਕਿ ਮੁਰਸ਼ਦ ਬਣਾਉਣ ਦੀ ਲੋੜ ਕੀ ਹੈ, 36 ਸਾਲ ਇਬਾਦਤ ਤੋਂ ਬਾਅਦ ਵੀ ਮੁਰਸ਼ਦ ਦੀ ਲੋੜ ਕਿਉਂ ਪਈ ਉਹਨਾਂ ਨੂੰ, ਔਰ ਕਿਸ ਤਰੀਕੇ ਨਾਲ ਫਕੀਰਾਂ ਕੋਲ ਜਾਈਏ ਤੇ ਭਰ ਕੇ ਆਈਦਾ, ਸਾਡੀ ਝੋਲੀ ਖੈਰ ਪੈਂਦੀ। ਔਰ ਇਹ ਉਹਨਾਂ ਦੀ ਜੀਵਨ ਦੀ ਘਟਨਾ ਹੈ ਕਿ ਪਹਿਲਾਂ ਬਾਬਾ ਫਰੀਦ ਜੀ ਨੇ 36 ਸਾਲ ਇਬਾਦਤ ਕੀਤੀ ਤੇ ਬਾਅਦ ਵਿੱਚ ਜਾ ਕੇ ਉਹਨਾਂ ਨੇ ਹਜ਼ਰਤ ਕੁਤਬੁੱਦੀਨ ਬਖਤਿਆਰ ਕਾਕੀ ਜੀ ਨੂੰ ਆਪਣਾ ਮੁਰਸ਼ਦ ਬਣਾਇਆ ਸੀ। ਨਹੀਂ ਤਾਂ ਹੁੰਦਾ ਉਲਟ ਹੈ ਕਿ ਪਹਿਲਾ ਬੰਦਾ ਮੁਰਸ਼ਦ ਬਣਾਉਂਦਾ ਹੈ, ਗੁਰੂ ਧਾਰਨਾ ਕਰਦਾ ਹੈ ਤੇ ਬਾਅਦ ਵਿੱਚ ਇਨਸਾਨ ਇਬਾਦਤ ਕਰਦਾ ਹੈ। ਪਰ ਐਸੇ ਲੋਕ ਆਸ਼ਿਕ ਵੀ ਹੁੰਦੇ ਨੇ ਬਾਬਾ ਜੀ, ਜੋ ਬਹੁਤ ਕੁਝ ਬਿਨਾਂ ਮੁਰਸ਼ਦ ਦੇ ਹਾਸਲ ਕਰ ਲੈਂਦੇ ਨੇ, ਫਿਰ ਮੁਰਸ਼ਦ ਬਣਾਉਂਦੇ ਨੇ। ਅਸੀਂ ਕਈਆਂ ਨਾਲ ਮੁਲਾਕਾਤਾਂ ਵੀ ਕੀਤੀਆਂ, ਇੱਦਾਂ ਦੇ ਲੋਕਾਂ ਨਾਲ, ਐਸੇ ਹੈਗੇ ਸ਼ਖਸ, ਪਰ ਬਾਅਦ ਵਿੱਚ ਉਹਨਾਂ ਨੂੰ ਵੀ ਮੁਰਸ਼ਦ ਦੀ ਲੋੜ ਪਈ ਹੈ। ਔਰ ਇਹ ਉਲਟੀ ਕਹਾਣੀ ਸੀ। ਦਰਅਸਲ ਹੁੰਦਾ ਕੀ ਹੈ ਕਿ ਇਨਸਾਨ ਪਹਿਲਾਂ ਗੁਰੂ ਧਾਰਨਾ ਕਰਦਾ ਹੈ, ਫਿਰ ਇਬਾਦਤ। ਇਹਨਾਂ ਨੇ ਉਲਟੀ ਕਹਾਣੀ, ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਇੱਦਾਂ ਦੇ ਹੋਰ ਬਥੇਰੇ ਲੋਕ ਹੈ। ਬਾਬਾ ਫਰੀਦ ਜੀ ਦੀ ਇੱਥੇ ਬਾਬਾ ਫਰੀਦ ਜੀ ਨੇ ਤਪ ਪਹਿਲਾਂ ਕੀਤਾ, ਇਬਾਦਤ ਪਹਿਲਾਂ ਕੀਤੀ, ਭਗਤੀ ਪਹਿਲਾਂ ਕੀਤੀ ਤੇ ਗੁਰੂ ਧਾਰਨਾ, ਮੁਰਸ਼ਦ ਦੀ ਧਾਰਨਾ ਬਾਅਦ ਵਿੱਚ ਕੀਤੀ। ਸੋ ਇਹੀ ਗੱਲ ਉਹ ਪੁੱਛ ਰਹੇ ਹੈ ਕਿ ਤੁਸੀਂ ਇੱਕ ਮੰਜ਼ਿਲ ਤੇ ਪਹੁੰਚੇ, 36 ਸਾਲ ਇਬਾਦਤ ਕੀਤੀ, ਫਿਰ ਤੁਹਾਨੂੰ ਮੁਰਸ਼ਦ ਦੇ ਕਦਮਾਂ 'ਚ ਸਿਰ ਰੱਖਣ ਦੀ ਕੀ ਲੋੜ ਪਈ ਸੀ ਬਾਬਾ ਜੀ? ਬਾਬਾ ਫਰੀਦ ਜੀ ਨੂੰ ਪੁੱਛਦੇ ਆ, ਮੁਰਸ਼ਦ ਬਣਾਉਣ ਦੀ ਲੋੜ ਹੀ ਕੀ ਸੀ ਤੁਹਾਨੂੰ? ਤਾਂ ਇਸ ਗੱਲ ਦਾ ਜਵਾਬ ਮੈਨੂੰ ਤੁਸੀਂ ਦੇ ਦਿਓ। ਮੈਂ ਕਈ ਵਾਰ ਸੋਚਦਾ ਤਾਂ ਉਸ ਵਕਤ ਹਜ਼ਰਤ ਬਾਬਾ ਫਰੀਦੁੱਦੀਨ ਗੰਜ ਸ਼ਕਰ ਰਹਿਮਤੁल्लाह अलैह ਮੁਸਕਰਾਏ ਔਰ ਕਹਿਣ ਲੱਗੇ ਕਿ ਜੇ ਮੁਰਸ਼ਦ ਬਣਾਉਣ ਦੀ ਲੋੜ ਸੀ ਤਾਂ ਹੀ ਤਾਂ ਮੁਰਸ਼ਦ ਬਣਾਇਆ, ਜੇ ਮੁਰਸ਼ਦ ਗੁਰੂ ਬਣਾਉਣ ਦੀ ਲੋੜ ਨਾ ਹੁੰਦੀ ਤਾਂ ਮੈਨੂੰ ਬਣਾਉਣ ਦੀ ਲੋੜ ਹੀ ਨਹੀਂ ਬਣੀ ਸੀ, ਕਿਉਂਕਿ ਉਸ ਮਕਾਮ ਤੇ ਪਹੁੰਚੇ ਸੀ। ਔਰ ਲੋੜ ਸੀ ਤਾਂ ਹੀ ਤਾਂ ਮੁਰਸ਼ਦ ਬਣਾਇਆ। ਹੁਣ ਲੋੜ ਕੀ ਸੀ? ਕਹਿੰਦੇ 36 ਸਾਲ ਇਬਾਦਤ ਕੀਤੀ ਤੇ ਮੇਰੇ ਅੰਦਰ ਰਿੱਧੀਆਂ ਸਿੱਧੀਆਂ ਦੀ ਸ਼ਕਤੀ ਤਾਂ ਆ ਗਈ। ਜੇ ਮੈਂ ਵਚਨ ਕਰ ਦਿੱਤਾ ਮਰ ਜਾਓ, ਪ੍ਰਾਣ ਨਿਕਲ ਜਾਣੇ, ਜੇ ਮੈਂ ਵਚਨ ਕਰ ਦੇਣਾ ਉੱਠੋ ਤਾਂ ਉੱਠ ਜਾਂਦੇ। ਇਹ ਤਾਕਤ ਤਾਂ ਮੇਰੇ ਅੰਦਰ ਆ ਗਈ। ਪਰ ਜਿਹੜਾ ਇਹਨਾਂ ਤਾਕਤਾਂ ਦਾ ਮਾਲਕ ਹੈ ਉਹ ਖੁਦਾਵੰਦ ਕਰੀਮ, ਰੱਬੇ ਕਰੀਮ, ਉਹ ਅਕਾਲ ਪੁਰਖ, ਅੱਲਾ, ਵਾਹਿਗੁਰੂ, ਉਹ ਰਾਮ। ਹੁਣ ਇਹ ਦੁਨੀਆ ਤਾਂ ਮੇਰੇ ਕੰਟਰੋਲ 'ਚ ਆ ਗਈ। ਦੁਨੀਆ ਦੇ ਪੰਜੇ ਤੱਤ ਜਿਹੜੇ ਸੀਗੇ ਉਹਨਾਂ ਤੇ ਤਾਂ ਮੈਂ ਕਾਬੂ ਪਾ ਲਿਆ। ਜਲ, ਵਾਯੂ, ਪ੍ਰਿਥਵੀ, ਅਗਨੀ, ਆਕਾਸ਼, ਪੰਜਾਂ ਤੱਤਾਂ ਤੇ ਮੈਂ ਕਾਬੂ ਕਰ ਲਿਆ। ਹਵਾਵਾਂ ਨੂੰ ਕਹਿ ਦੇਣਾ ਕਿ ਕਹਿੰਦੇ ਅੱਲਾ ਨੂੰ ਮੈਂ ਅਜੇ ਉਹਦੇ ਬਣਾਈ ਹੋਈ ਦੁਨੀਆ, ਇਹ ਤੱਤ ਵੀ ਤਾਂ ਉਹਦੇ ਹੀ ਬਣਾਏ ਹੋਏ ਆ, ਉਸ ਖੁਦਾ ਦੇ ਹੀ, ਰੱਬ ਦੇ ਹੀ ਬਣਾਏ ਹੋਏ। ਕਹਿੰਦੇ ਮੈਂ ਹਵਾਵਾਂ ਨੂੰ ਕਹਿ ਦੇਣਾ ਕਿ ਇੱਧਰ ਨੂੰ ਵਗੋ ਤੇ ਉਹ ਉੱਧਰ ਨੂੰ ਵਗਣ ਲੱਗ ਪੈਣੀਆਂ। ਖੰਡ ਨੂੰ ਕਹਿ ਦੇਣਾ ਨਮਕ ਬਣ ਜਾ ਤਾਂ ਨਮਕ ਬਣ ਜਾਣਾ। ਨਮਕ ਨੂੰ ਕਹਿ ਦੇਣਾ ਕਿ ਖੰਡ ਬਣ ਜਾ, ਉਹ ਖੰਡ ਬਣ ਜਾਣਾ। ਹੁਣ ਇਹਨਾਂ ਪੰਜਾਂ ਤੱਤਾਂ ਤੇ ਤਾਂ ਮੇਰਾ ਕਾਬੂ ਸੀ, ਪਰ ਫਿਰ ਮੈਨੂੰ ਮੁਰਸ਼ਦ ਦੀ ਲੋੜ ਕਿਉਂ ਪਈ? ਕਿ ਹਜੇ ਦੁਨੀਆ ਤੇ ਤਾਂ ਮੇਰਾ ਕਾਬੂ ਸੀ, ਪਰ ਹਜੇ ਦੁਨੀਆ ਬਣਾਉਣ ਵਾਲਾ ਮੇਰੇ ਕਾਬੂ ਵਿੱਚ ਨਹੀਂ ਆਇਆ ਸੀ। ਜ਼ਰਾ ਗੌਰ ਕਰੋ। ਕਹਿੰਦੇ ਦੁਨੀਆ ਤੇ ਤਾਂ ਕਾਬੂ ਪਾ ਲਿਆ ਸੀ ਮੈਂ, ਪਰ ਦੁਨੀਆ ਨੂੰ ਬਣਾਉਣ ਵਾਲਾ ਅਜੇ ਮੇਰੇ ਕਾਬੂ ਵਿੱਚ ਨਹੀਂ ਆਇਆ ਸੀ। ਇਹ ਫਕੀਰ
ਔਰ ਮੇਰੀ ਜਿਹੜੀ ਖੋਜ ਸੀ, ਬਾਬਾ ਫਰੀਦ ਜੀ ਕਹਿੰਦੇ ਮੇਰੀ ਜਿਹੜੀ ਦੌੜ ਸੀ ਉਹ ਰੱਬ ਦੀ ਦੌੜ ਸੀ, ਪਰਮਾਤਮਾ ਦੀ ਦੌੜ ਸੀ, ਖੁਦਾ ਦੀ ਦੌੜ ਸੀ। ਮੇਰੀ ਖੁਦਾ ਦੀ ਦੌੜ ਸੀ, ਨਾ ਕਿ ਉਸ ਦੀ ਖੁਦਾਈ ਦੀ। ਜਰਾ ਗੌਰ ਫਰਮਾਓ। ਹੁਣ ਇੱਕ ਬੰਦੇ ਦਾ ਧਿਆਨ ਹੁੰਦਾ ਹੈ ਕਿ ਮੈਨੂੰ ਆਹ ਚੀਜ਼ ਮਿਲ ਜਾਵੇ, ਪਰ ਇੱਕ ਦੀ ਖੋਜ ਹੁੰਦੀ ਹੈ ਕਿ ਮੈਂ ਚੀਜ਼ ਨੂੰ ਕੀ ਕਰਨਾ ਹੈ। ਮੈਨੂੰ ਤਾਂ ਇਸ ਚੀਜ਼ ਦਾ ਮਾਲਕ ਚਾਹੀਦਾ ਸੀ, ਕਿਉਂਕਿ ਮਾਲਕ ਮਿਲ ਗਿਆ ਤਾਂ ਇਹੋ ਜਿਹੀਆਂ ਚੀਜ਼ਾਂ ਬਥੇਰੀਆਂ। ਜਾਂ ਇਦਾਂ ਕਹਿ ਲਓ ਕਿ ਇੱਕ ਬੰਦਾ ਦੁਨੀਆ ਨੂੰ ਮੰਗਦਾ ਹੈ ਤਾਂ ਦੂਜਾ ਕਹਿੰਦਾ ਕਿ ਮੈਨੂੰ ਦੁਨੀਆ ਬਣਾਉਣ ਵਾਲਾ ਚਾਹੀਦਾ ਹੈ, ਕਿਉਂਕਿ ਜੇ ਦੁਨੀਆ ਬਣਾਉਣ ਵਾਲਾ ਮੇਰਾ ਹੈ ਤਾਂ ਲੱਖਾਂ ਹੀ ਦੁਨੀਆ ਇਦਾਂ ਦੀ ਮੇਰੀ ਹੈ। ਜਾਂ ਮੈਂ ਇਸ ਦੁਨੀਆ ਨੂੰ ਕੀ ਕਰਨਾ, ਮੈਨੂੰ ਤਾਂ ਦੁਨੀਆ ਬਣਾਉਣ ਵਾਲਾ ਚਾਹੀਦਾ। ਇਸ ਲਈ ਬਾਬਾ ਫਰੀਦ ਜੀ ਕਹਿੰਦੇ ਕਿ ਮੈਂ ਦੇਖਿਆ 36 ਸਾਲ ਇਬਾਦਤ ਕਰਕੇ ਕਿ ਮੈਨੂੰ ਹਰ ਤਾਕਤ ਮਿਲ ਗਈ, ਪਾਣੀ ਤੇ ਚੱਲਣ ਦੀ ਤਾਕਤ ਮਿਲ ਗਈ, ਹਰ ਤਾਕਤ ਮੇਰੇ ਹੱਥ 'ਚ ਸੀ। ਪਰ ਫਿਰ ਮੈਂ ਕਿਹਾ ਕਿ ਇਹਨਾਂ ਤਾਕਤਾਂ ਦਾ ਮੈਂ ਕੀ ਕਰਨਾ, ਮੈਨੂੰ ਇਹਨਾਂ ਦਾ ਕੀ ਫਾਇਦਾ ਹੈ। ਮੈਂ ਕੋਈ ਦੁਨੀਆ ਨੂੰ ਤਮਾਸ਼ੇ ਥੋੜੀ ਦਿਖਾਣੇ ਹੈ। ਸਾਈਂ ਲੋਕ ਫਰਮਾਉਂਦੇ ਆ ਕਿ ਉਹਨਾਂ ਨੇ ਕਿਹਾ ਕਿ ਮੈਂ ਕੋਈ ਦੁਨੀਆ ਨੂੰ ਤਮਾਸ਼ੇ ਥੋੜੀ ਦਿਖਾਣੇ ਹੈ, ਕਿਉਂਕਿ ਤਮਾਸ਼ਾ ਤਾਂ ਉਹ ਕਰਦੇ ਆ ਜਿਨ੍ਹਾਂ ਨੇ ਲੋਕਾਂ ਤੋਂ ਇਨਾਮ ਲੈਣੇ ਹੁੰਦੇ ਆ। ਤੇ ਬਾਬਾ ਫਰੀਦ ਜੀ ਕਹਿੰਦੇ ਕੀ ਫਾਇਦਾ ਮੇਰੇ 36 ਸਾਲ ਲਗਾਉਣ ਦਾ ਜੇ ਇਹ ਜ਼ਿੰਦਗੀ ਦੇਣ ਵਾਲਾ ਰੱਬ ਹੀ ਨਹੀਂ ਮਿਲਿਆ ਮੈਨੂੰ। ਜਿਸ ਨੇ ਮੈਨੂੰ ਇਹ ਜ਼ਿੰਦਗੀ ਦਿੱਤੀ ਜੇ ਉਹੀ ਨਹੀਂ ਮਿਲਿਆ, ਫਿਰ ਮੈਂ ਇੱਕ ਦਿਨ ਖੁਦਾ ਅੱਗੇ ਕਹਿੰਦੇ ਬੇਨਤੀ ਕੀਤੀ, ਉਸ ਰੱਬ ਅੱਗੇ ਬੇਨਤੀ ਕੀਤੀ ਕਿ ਐ ਖੁਦਾ 36 ਸਾਲ ਹੋ ਗਏ, ਸਾਰੀਆਂ ਤਾਕਤਾਂ ਦੇ ਦਿੱਤੀਆਂ, ਪਰ ਇਹ ਤਾਕਤ ਦੇਣ ਵਾਲੇ ਮਾਲਿਕ ਤੂੰ ਕਦੋਂ ਮਿਲੇਗਾ। ਤਾਂ ਉਸ ਵਕਤ ਉਸ ਮਾਲਕ ਦੀ, ਉਸ ਖੁਦਾ ਦੀ, ਉਸ ਅਕਾਲ ਪੁਰਖ ਦੀ, ਉਸ ਅੱਲਾਹ ਤਾਲਾ ਦੀ, ਉਸ ਈਸ਼ਵਰ ਦੀ ਕਹਿੰਦੇ ਆਵਾਜ਼ ਆਈ, ਰੱਬ ਦੀ ਆਵਾਜ਼ ਆਈ, ਖੁਦਾ ਦੀ ਆਵਾਜ਼ ਆਈ ਕਿ ਉਹ ਫਰੀਦ, ਹਜੇ ਤੂੰ ਮੁਰਸ਼ਦ ਨਹੀਂ ਬਣਾਇਆ। ਜੇ ਮੇਰੇ ਦਰ ਤੱਕ ਪਹੁੰਚਣਾ ਹੈ ਤਾਂ ਪਹਿਲਾਂ ਮੁਰਸ਼ਦ ਦੇ ਕੋਲੋਂ ਚਾਬੀ ਲੈ, ਫਿਰ ਹੀ ਮੇਰਾ ਦਰਵਾਜ਼ਾ ਖੁੱਲ੍ਹਣਾ ਹੈ ਤੇ ਫਿਰ ਹੀ ਤੈਨੂੰ ਮੇਰੇ ਦੀਦਾਰ ਹੋਣੇ ਹੈ। ਇਸ ਲਈ ਬਾਬਾ ਫਰੀਦ ਜੀ ਕਹਿੰਦੇ ਫਿਰ ਮੈਨੂੰ ਮੁਰਸ਼ਦ ਦੀ ਅਹਿਮੀਅਤ ਦਾ ਪਤਾ ਲੱਗਾ। ਸਾਈਂ ਲੋਕ ਫਰਮਾਉਂਦੇ ਆ ਕਿ ਬਾਬਾ ਫਰੀਦ ਜੀ ਕਹਿੰਦੇ ਕਿ ਫਿਰ ਮੈਨੂੰ ਮੁਰਸ਼ਦ ਦੀ ਅਹਿਮੀਅਤ ਦਾ ਪਤਾ ਲੱਗਾ ਕਿ ਮੁਰਸ਼ਦ ਦੀ ਜ਼ਰੂਰਤ ਕੀ ਹੈ ਜ਼ਿੰਦਗੀ 'ਚ। ਫਿਰ ਬਾਬਾ ਫਰੀਦ ਜੀ ਨੇ ਮੁਰਸ਼ਦ ਦੀ ਤਲਾਸ਼ ਕੀਤੀ ਬਾਬਾ ਜੀ, ਪਰ ਕਹਿੰਦੇ ਮੇਰੇ ਅੰਦਰ ਇਹ ਵੀ ਇੱਕ ਮਾਣ ਸੀ ਕਿ ਮੈਂ 36 ਸਾਲ ਇਬਾਦਤ ਕੀਤੀ। ਮੈਂ ਚਿੜੀਆਂ ਨੂੰ ਜਿਉਂਦੇ ਵੀ ਕੀਤਾ ਤੇ ਚਿੜੀਆਂ ਨੂੰ ਮਾਰਿਆ ਵੀ, ਕਿਉਂਕਿ ਜਦੋਂ ਬੰਦੇ ਨੂੰ ਕੋਈ ਰੁਤਬਾ ਮਿਲਦਾ ਹੈ ਨਾ ਤਾਂ ਮਾੜੀ ਮੋਟੀ ਉਹ ਗੱਲ ਜ਼ਰੂਰ ਹੁੰਦੀ ਹੈ, ਜਿੱਦਾਂ ਮੈਂ ਆ ਜਾਂਦੀ ਹੈ ਕਿ ਨਹੀਂ ਥੋੜ੍ਹੀ ਜੀ। ਤੇ ਹੁਣ ਮਾੜੀ ਜਿਹੀ ਕੋਈ ਚੀਜ਼ ਹੋਵੇ ਇਨਸਾਨ ਦੇ ਅੰਦਰ, ਮੰਨ ਲਓ ਕੋਈ ਪੰਚਾਇਤ ਸਰਪੰਚ ਬਣ ਜਾਂਦਾ ਹੈ ਤਾਂ ਉਹਦੇ ਅੰਦਰ ਮਾਣ ਆ ਜਾਂਦਾ ਹੈ। ਤੇ ਬਾਬਾ ਫਰੀਦ ਜੀ, ਉਹਨਾਂ ਦੀ ਤਾਂ 36 ਸਾਲ ਦੀ ਇਬਾਦਤ ਸੀ ਬਾਬਾ ਜੀ, ਔਰ ਇੰਨੀ ਤਾਕਤ ਵੀ ਸੀ ਉਹਨਾਂ 'ਚ। ਹੁਣ ਦੇਖੋ ਕਿੱਸਾ ਤਾਂ ਇਹ ਬਹੁਤ ਵੱਡਾ ਹੈ ਕਿ ਪਹਿਲਾਂ ਉਹ ਅਜਮੇਰ ਸ਼ਰੀਫ ਗਏ ਖਵਾਜਾ ਸਾਹਿਬ ਦੇ ਕੋਲ, ਤਾਂ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਆਪਣਾ ਮੁਰੀਦ ਨਹੀਂ ਬਣਾਉਣਾ। ਜੇ ਤੁਸੀਂ ਮੁਰੀਦ ਬਣਨਾ ਹੈ ਤਾਂ ਸਾਡਾ ਜੋ ਮੁਰੀਦ ਹੈ ਕੁਤਬੁੱਦੀਨ ਬਖਤਿਆਰ ਕਾਕੀ, ਦਿੱਲੀ ਵਿੱਚ ਜਾ ਔਰ ਜਾਓ ਉਹਨਾਂ ਨੂੰ ਜਾ ਕੇ ਮਿਲੋ ਤੇ ਉਹਨਾਂ ਨੂੰ ਆਪਣਾ ਮੁਰਸ਼ਦ ਬਣਾ ਲਓ। ਤਾਂ ਕਹਿੰਦੇ ਹੁਣ ਜਦੋਂ ਬਾਬਾ ਫਰੀਦ ਜੀ ਦਿੱਲੀ ਪਹੁੰਚੇ, ਪੁੱਛਦੇ ਪਛਾਉਂਦੇ ਕਿ ਹਜ਼ਰਤ ਕੁਤਬੁੱਦੀਨ ਜੀ ਦਾ ਦਰਬਾਰ ਕਿੱਥੇ ਹੈ। ਇਹ ਬਾਬਾ ਫਰੀਦ ਜੀ ਦੇ ਮੁਰਸ਼ਦ ਸੀ ਬਾਬਾ ਜੀ, ਹਜ਼ਰਤ ਬਾਬਾ ਕੁਤਬੁੱਦੀਨ ਬਖਤਿਆਰ ਕਾਕੀ ਜੀ। ਉਹਨਾਂ ਨੂੰ ਕੁਤਬ ਸਾਹਿਬ ਵੀ ਕਿਹਾ ਜਾਂਦਾ ਸੀ। ਹੁਣ ਜਦੋਂ ਕਹਿੰਦੇ ਦਿੱਲੀ ਪਹੁੰਚੇ ਨਾ ਬਾਬਾ ਫਰੀਦ ਜੀ, ਤਲਾਸ਼ ਕਰਦੇ ਕਰਦੇ ਤਾਂ ਹੁਣ ਮਾਣ ਵੀ ਸੀ ਅੰਦਰ, ਔਰ ਅੰਦਰ ਇਹ ਸੋਚ ਵੀ ਚੱਲ ਰਹੀ ਸੀ ਕਿ ਮੈਂ 36 ਸਾਲ ਇਬਾਦਤ ਕੀਤੀ ਹੈ ਤਾਂ ਮੈਨੂੰ ਮੁਰਸ਼ਦ ਵੀ ਉਹ ਚਾਹੀਦਾ ਹੈ ਜਿਹਨੇ ਮੇਰੇ ਤੋਂ ਜ਼ਿਆਦਾ ਇਬਾਦਤ ਕੀਤੀ ਹੋਵੇ, ਜਿਹੜੇ ਮੇਰੇ ਤੋਂ ਜ਼ਿਆਦਾ ਬੰਦਗੀ ਕਰਨ ਵਾਲਾ, ਭਗਤੀ ਕਰਨ ਵਾਲਾ ਸਿਆਣਾ ਹੋਵੇ। ਹੁਣ ਕਹਿੰਦੇ ਜਦੋਂ ਪਹੁੰਚੇ ਬਾਬਾ ਫਰੀਦ ਜੀ ਕੁਤਬ ਸਾਹਿਬ ਦੇ ਦਰਬਾਰ ਤੇ, ਬਾਬਾ ਕੁਤਬੁੱਦੀਨ ਬਖਤਿਆਰ ਕਾਕੀ ਜੀ ਦੇ, ਤੇ ਉਹ ਹੁਣ ਬਾਬਾ ਜੀ ਅੱਗੇ ਬੈਠੇ ਹੋਏ ਆ, ਬਾਬਾ ਕੁਤਬੁੱਦੀਨ ਬਖਤਿਆਰ ਕਾਕੀ ਜੀ, ਔਰ ਇੱਕ ਕੱਪੜੇ ਦੀ ਬੋਲ ਨਾਲ, ਕੱਪੜੇ ਦੀ ਗੇਂਦ ਨਾਲ ਨਾ, ਉਹਨਾਂ ਨੇ ਕੱਪੜੇ ਦੀ ਗੇਂਦ ਬਣਾਈ ਹੋਈ ਲੀਰਾ ਲਪੇਟ ਕੇ, ਤੇ ਗੇਂਦ ਨਾਲ ਉਹ ਬੋਲ ਨਾਲ ਖੇਡ ਰਹੇ ਆ। ਕਦੇ ਉੱਪਰ ਨੂੰ ਸਿੱਟਦੇ ਆ, ਕਦੇ ਕਿਸੇ ਤਰੀਕੇ ਨਾਲ, ਮਤਲਬ ਸਾਈਡਾਂ ਤੇ ਇਦਾਂ ਇੱਕ ਦੂਜੇ ਆਪਣੇ ਹੱਥ 'ਚ ਮਾਰਦੇ ਆ।
ਤਾਂ ਖੇਡ ਰਹੇ ਆ ਉਹਦੇ ਨਾਲ ਬੈਠੇ ਬੈਠੇ ਗੇਂਦ ਨਾਲ। ਹੁਣ ਬਾਬਾ ਫਰੀਦ ਜੀ ਨੇ ਜਦੋਂ ਦੇਖਿਆ ਕਿ ਇੱਕ ਫਕੀਰ ਤਾਂ ਬੈਠਾ ਹੋਇਆ ਹੈ, ਪਰ ਉਹਨਾਂ ਦੀ ਕੋਈ ਜ਼ਿਆਦਾ ਉਮਰ ਵੀ ਨਹੀਂ ਹੈ। ਤੇ ਹੁਣ ਜਦੋਂ ਬਾਬਾ ਫਰੀਦ ਜੀ ਨੇ ਦੇਖਿਆ ਤਾਂ ਮਨ 'ਚ ਆਇਆ ਕਿ ਇਹ ਹੈ ਕੁਤਬੁਦੀਨ, ਜੋ ਆਪ ਲੀਰਾਂ ਦੀ ਗੇਂਦ ਨਾਲ ਹਜੇ ਖੇਡ ਰਿਹਾ ਹੈ। ਕਿੱਥੇ ਮੈਂ 36 ਸਾਲ ਇਬਾਦਤ ਕਰਨ ਵਾਲਾ, ਕਿੱਥੇ ਮੈਂ ਚਿੜੀਆਂ ਨੂੰ ਕਹਿ ਤਾ ਮਰ ਜੋ ਮਰ ਗਈਆਂ, ਚਿੜੀਆਂ ਨੂੰ ਕਹਿ ਤਾ ਉੱਠ ਜੋ ਉੱਠ ਗਈਆਂ, ਔਰ ਕਿੱਥੇ ਹਜੇ ਗੇਂਦਾਂ ਨਾਲ ਹੀ ਖੇਡ ਰਿਹਾ। ਤਾਂ ਹੁਣ ਜਦੋਂ ਬਾਬਾ ਫਰੀਦ ਜੀ ਦੇ ਦਿਲ 'ਚ ਕਹਿੰਦੇ ਇਹ ਵਿਚਾਰ ਆਇਆ ਨਾ, ਤਾਂ ਕਹਿੰਦੇ ਕੁਤਬੁਦੀਨ ਜੀ ਨੇ ਉਹਨਾਂ ਵੱਲ ਵੇਖ ਕੇ ਮੁਸਕਰਾਇਆ, ਮੁਸਕਰਾ ਕੇ ਦੇਖਿਆ, ਔਰ ਦੇਖ ਕੇ ਉਹ ਗੇਂਦ ਜੋ ਹੱਥ 'ਚ ਫੜੀ ਹੋਈ ਸੀ ਉਹ ਬਾਬਾ ਫਰੀਦ ਜੀ ਵੱਲ ਨੂੰ ਉਹਨਾਂ ਨੇ ਰੋੜ ਦਿੱਤੀ। ਦੇਖਿਆ, ਮੁਸਕਰਾਏ, ਮੁਰਸ਼ਦ ਨੇ ਆਪਣੀ ਕਰਤਾ ਕੰਮ, ਉਹਨਾਂ ਨੇ ਗੇਂਦ ਸਿੱਟ ਦਿੱਤੀ। ਹੁਣ ਗੇਂਦ ਰੁੜਦੀ 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 ਬਾਬਾ ਫਰੀਦ ਜੀ ਦੇ ਸਾਹਮਣੇ ਜਾ ਕੇ ਖੜੀ ਹੋ ਗਈ, ਕਿਉਂਕਿ ਉਹਨਾਂ ਨੇ ਖੜਾਈ ਉੱਥੇ ਸੀ ਬਾਬਾ ਜੀ। ਤਾਂ ਹਜ਼ਰਤ ਕੁਤਬੁਦੀਨ ਬਖਤਿਆਰ ਕਾਕੀ ਜੀ ਕਹਿੰਦੇ, ਫਰੀਦ ਆ ਸਾਡੀ ਗੇਂਦ ਤਾਂ ਚੱਕ ਕੇ ਫੜਾ ਦੇ। ਤਾਂ ਫਿਰ ਬਾਬਾ ਫਰੀਦ ਜੀ ਝੁਕੇ ਤਾਂ ਗੇਂਦ ਚੱਕਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਗੇਂਦ ਜਿਹੜੀ ਸੀ ਨਾ, ਉਹ ਚੱਕਣੀ ਤਾਂ ਕੀ ਸੀ, ਉਹ ਹਿੱਲੀ ਤੱਕ ਨਹੀਂ ਬਾਬਾ ਜੀ, ਉਹ ਹਿੱਲੀ ਤੱਕ ਨਹੀਂ। ਤਾਂ ਬਾਬਾ ਫਰੀਦ ਜੀ ਬੜੇ ਹੈਰਾਨ ਹੋ ਗਏ ਕਿ ਹੈ ਉਹ ਇਹ ਨਿੱਕੀ ਜਿਹੀ ਲੀਰਾਂ ਦੀ ਗੇਂਦ ਹੈ, ਕੱਪੜੇ ਦੀ ਗੇਂਦ ਹੈ, ਔਰ ਚੱਕ ਹੀ ਨਹੀਂ ਹੋਈ ਮੇਰੇ ਤੋਂ। ਹੁਣ ਉਹਨਾਂ ਦੋਨੋਂ ਹੱਥਾਂ ਨਾਲ ਜ਼ੋਰ ਲਗਾ ਲਿਆ, ਪਰ ਤਾਂ ਵੀ ਨਹੀਂ ਹਿੱਲੀ, ਉਹ ਟਸ ਤੋਂ ਮਸ ਨਹੀਂ ਹੋਈ। ਹੁਣ ਤਾਂ ਬਾਬਾ ਫਰੀਦ ਜੀ ਦੇ ਮੱਥੇ 'ਤੇ ਵੀ ਪਸੀਨਾ ਆ ਰਿਹਾ ਸੀ ਬਾਬਾ ਜੀ। ਉਹ ਕਹਿੰਦੇ ਵੀ ਆਹ ਕਾਹਦੀ ਗੇਂਦ ਬਣੀ ਹੋਈ ਹੈ ਬਈ, ਕਿ ਚੱਕਣਾ ਤਾਂ ਦੂਰ, ਮੇਰੇ ਤੋਂ ਹਿੱਲ ਵੀ ਨਹੀਂ ਰਹੀ, ਇਹ ਕੀ ਹੋ ਰਿਹਾ ਹੈ ਮੇਰੇ ਨਾਲ। ਤਾਂ ਉਸ ਵੇਲੇ ਹਜ਼ਰਤ ਕੁਤਬੁਦੀਨ ਬਖਤਿਆਰ ਕਾਕੀ ਜੀ ਕੁਤਬ ਸਾਹਿਬ ਕਹਿਣ ਲੱਗੇ, ਹਟ ਜਾ ਫਰੀਦ, ਤੇਰੇ ਵੱਸ ਦੀ ਗੱਲ ਹੈ ਨਹੀਂ, ਇਹ ਤੇਰੇ ਵੱਸ ਦੀ ਗੱਲ ਹੈ ਨਹੀਂ, ਸਾਨੂੰ ਆਪ ਹੀ ਆਉਣਾ ਪੈਣਾ ਹੈ ਚੱਕਣ ਲਈ। ਕਹਿ ਕੇ ਉੱਠੇ ਆਪਣੇ ਆਸਣ ਤੋਂ, ਔਰ ਗੇਂਦ ਨੂੰ ਜਾ ਕੇ ਚੱਕ ਲਿਆ। ਐਦਾਂ ਚੱਕਿਆ ਜਿਸ ਤਰ੍ਹਾਂ ਫੁੱਲਾਂ ਨੂੰ ਚੱਕਦੇ ਹੁੰਦੇ, ਜਿਸ ਤਰ੍ਹਾਂ ਇੱਕ ਬੱਚਾ ਗੇਂਦ ਨੂੰ ਚੱਕ ਲੈਂਦਾ ਹੈ। ਹੁਣ ਬਾਬਾ ਫਰੀਦ ਜੀ ਬੜੇ ਹੈਰਾਨ ਵੀ ਮੈਂ ਚੱਕਣ ਦੀ ਕੋਸ਼ਿਸ਼ ਕੀ, ਮੇਰੇ ਕੋਲ ਤਾਂ ਹਿੱਲੀ ਵੀ ਨਹੀਂ, ਇਹਨਾਂ ਨੇ ਇੱਦਾਂ ਹੀ ਚੱਕ ਲਈ ਜਿੱਦਾਂ ਇਹਦਾ ਕੁਝ ਵਜਨ ਹੀ ਨਹੀਂ ਹੁੰਦਾ, ਬੜੀ ਹਲਕੀ ਹੁੰਦੀ ਹੈ। ਕਹਿੰਦੇ ਮਹਾਰਾਜ ਇਹ ਕੀ, ਮੇਰੇ ਕੋਲੋਂ ਹਿੱਲੀ ਤੱਕ ਨਹੀਂ, ਤੁਸੀਂ ਪਲਾਂ 'ਚ ਉਠਾ ਲਈ ਹੈ, ਕੀ ਹੈ ਇਹ। ਉਹ ਕਹਿੰਦੇ ਬਾਬਾ ਫਰੀਦ ਜੀ ਨੂੰ ਕਿ ਫਰੀਦ ਇਹਨੂੰ ਸਿਰਫ ਗੇਂਦ ਨਾ ਸਮਝ, ਜ਼ਰਾ ਗੌਰ ਫਰਮਾਣਾ ਕਿ ਰੱਬ ਦੇ ਜਿਹੜੇ ਫਕੀਰ ਹੁੰਦੇ ਕਿਤੇ ਕਿਤੇ ਖੁਦਾਈ ਲੁਕਾਈ ਬੈਠੇ। ਕਹਿੰਦੇ ਇਹਨੂੰ ਸਿਰਫ ਗੇਂਦ ਨਾ ਸਮਝ, ਇਹ ਗੇਂਦ ਨਹੀਂ ਹੈ, ਇਹ ਰੱਬ ਦੀ ਖੁਦਾਈ ਹੈ, ਖੁਦਾ ਦੀ ਖੁਦਾਈ ਹੈ। ਇਹਨੂੰ 36 ਸਾਲਾਂ ਦੀ ਇਬਾਦਤ ਨਾਲ ਨਹੀਂ ਹਿਲਾਇਆ ਜਾ ਸਕਦਾ, ਇਹਨੂੰ 36 ਸਾਲਾਂ ਦੀ ਇਬਾਦਤ ਨਾਲ ਨਹੀਂ ਇਹ ਖੁਦਾਈ ਹਿਲਣੀ ਖੁਦਾ ਦੀ। ਤੂੰ ਕੀ ਸੋਚਦਾ ਅਸੀਂ ਗੇਂਦ ਨਾਲ ਖੇਡਦੇ ਆ, ਓਏ ਰੱਬ ਦੀ ਰਹਿਮਤਾਂ ਹੈ, ਰੱਬ ਦੀ ਖੁਦਾਈ ਹੈ, ਫਕੀਰਾਂ ਦੇ ਹੱਥ 'ਚ ਹੁੰਦੀ ਹੈ। ਫਕੀਰ ਜਦੋਂ ਵੀ ਖੇਡਦਾ ਰੱਬ ਦੀ ਖੁਦਾਈ ਨਾਲ ਖੇਡਦਾ ਹੈ। ਔਰ ਤੂੰ ਸੋਚਦਾ ਹੈ, ਬਾਬਾ ਫਰੀਦ ਜੀ ਨੂੰ ਕਹਿੰਦੇ ਕਿ ਤੂੰ ਸੋਚਦਾ ਹੈ ਕਿ 36 ਸਾਲ ਦੀ ਇਬਾਦਤ ਕਰਕੇ ਇਹਨੂੰ ਚੱਕ ਲਏਗਾ। ਓਏ ਇੱਦਾਂ ਨਹੀਂ ਚੱਕੀ ਜਾਂਦੀ, ਇਹ ਤਾਂ ਮੁਰਸ਼ਦ ਦੀ ਰਹਿਮਤ ਹੋਵੇ ਤਾਂ ਫੇਰ ਹੀ ਉਠਾਈ ਜਾਂਦੀ ਹੈ। ਔਰ ਇਹ ਗੱਲ ਉਹਨਾਂ ਨੂੰ ਪਤਾ ਸੀ, ਕੁਤਬ ਸਾਹਿਬ ਨੂੰ, ਕਿ ਅੰਦਰ ਹੰਕਾਰ ਹੈ ਫਰੀਦ ਦੇ, ਬਾਬਾ ਫਰੀਦ ਜੀ ਦੇ। ਮਾਣ ਹੈ ਕਿਸ ਗੱਲ ਦਾ, ਕਿ 36 ਸਾਲ ਦੀ ਇਬਾਦਤ ਦਾ। ਤਾਂ ਉਹ ਕਹਿੰਦੇ ਫਰੀਦ 36 ਸਾਲ ਦੀ ਇਬਾਦਤ ਲੈ ਕੇ ਆਇਆ ਸਾਡੇ ਕੋਲ, ਚਿੜੀਆਂ ਨੂੰ ਮਾਰਿਆ, ਚਿੜੀਆਂ ਨੂੰ ਉਡਾਇਆ ਵੀ। ਤਾਂ ਬਾਬਾ ਫਰੀਦ ਜੀ ਕਹਿੰਦੇ ਜੀ ਹਾਂ। ਤਾਂ ਫਿਰ ਹਜ਼ਰਤ ਕੁਤਬੁਦੀਨ ਬਖਤਿਆਰ ਕਾਕੀ ਜੀ ਕਹਿੰਦੇ, ਉਹ ਤੂੰ 36 ਸਾਲ ਦੀ ਇਬਾਦਤ ਕੀਤੀ, ਹੁਣ ਸਾਡੇ ਕਹਿਣ ਤੇ ਕੱਲ੍ਹ ਦਾ ਇੱਕ ਰੋਜ਼ਾ ਰੱਖ ਲੈ। ਵੀ ਇੰਨੀ ਸਾਲ ਇਬਾਦਤ ਕੀਤੀ ਤੁਸੀਂ, ਤਾਂ ਸਾਡੇ ਕਹਿਣ ਤੇ ਇੱਕ ਰੋਜ਼ਾ ਰੱਖੋਗੇ। ਤਾਂ ਬਾਬਾ ਫਰੀਦ ਜੀ ਕਹਿੰਦੇ ਜੀ 36 ਸਾਲ ਰੋਜ਼ੇ ਹੀ ਰੱਖੇ, ਭੁੱਖੇ ਪਿਆਸੇ ਹੀ ਰਹਿ ਕੇ, ਜੰਗਲਾਂ 'ਚ ਰਹਿ ਕੇ ਇਬਾਦਤਾਂ ਹੀ ਕੀਤੀਆਂ। ਤਾਂ ਅੱਗੋਂ ਕੁਤਬ ਸਾਹਿਬ ਕੁਤਬੁਦੀਨ ਬਖਤਿਆਰ ਕਾਕੀ ਜੀ ਕਹਿੰਦੇ, ਹੁਣ ਸਾਡੇ ਕਹਿਣ ਤੇ ਇੱਕ ਰੋਜ਼ਾ ਰੱਖ ਲੈ, ਬਸ ਰੋਜ਼ਾ। ਰੋਜ਼ੇ ਦਾ ਮਤਲਬ ਹੁੰਦਾ ਬਾਬਾ ਜੀ ਭੁੱਖਾ ਪਿਆਸਾ ਰਹਿਣਾ, ਸਵੇਰ ਤੋਂ ਲੈ ਕੇ ਸ਼ਾਮ ਨੂੰ ਸੂਰਜ ਡੁੱਬਣ ਤੱਕ ਕੁਝ ਖਾਣਾ ਪੀਣਾ ਨਹੀਂ ਹੈ। ਕਹਿੰਦੇ ਸਾਡੇ ਕੋਲ ਆਇਆ ਤਾਂ ਇੱਕ ਗੱਲ ਤਾਂ ਹੁਣ ਸਾਡੀ ਮੰਨ ਕਿ ਸਾਡੇ ਕਹਿਣ ਤੇ ਇੱਕ ਰੋਜ਼ਾ ਰੱਖ ਲੈ। ਬਾਬਾ ਫਰੀਦ ਜੀ ਕਹਿੰਦੇ ਜੀ ਠੀਕ ਹੈ, 36 ਸਾਲ ਰੱਖੇਗੀ, ਰੱਖੇ ਹੈ, ਇੱਕ ਰੋਜ਼ਾ ਹੋਰ ਰੱਖ ਲੈਂਦੇ ਆ।
ਬਾਬਾ ਫਰੀਦ ਜੀ ਕਹਿੰਦੇ। ਪਰ ਹੁਣ ਅੱਗਿਓਂ ਕੁਤਬੁੱਦੀਨ ਸਾਹਿਬ ਕਹਿੰਦੇ ਕਿ ਇਹ ਰੋਜ਼ਾ ਸਾਡੇ ਕੋਲ ਰੱਖਣਾ ਹੈ। ਜਰਾ ਗੌਰ ਕਰਨਾ, ਕਹਿੰਦੇ ਇਹ ਰੋਜ਼ਾ ਤੁਸੀਂ ਸਾਡੇ ਕੋਲ ਰੱਖਣਾ ਹੈ। ਉਹ ਸਾਹਮਣੇ ਕਮਰਾ ਹੈ, ਉਹਦੇ ਅੰਦਰ ਰਹਿਣਾ ਹੈ, ਬਾਹਰ ਨਹੀਂ ਨਿਕਲਣਾ। ਤਾਂ ਬਾਬਾ ਫਰੀਦ ਜੀ ਕਹਿੰਦੇ ਠੀਕ ਹੈ, ਮੈਂ ਰਹਿਣ ਨੂੰ ਤਿਆਰ ਹਾਂ ਜੀ। ਮੈਂ ਤਾਂ ਕਿੰਨੇ ਕਿੰਨੇ ਸਾਲ ਚਿੱਲੇ ਕੀਤੇ ਆ, ਭੁੱਖਾ ਪਿਆਸਾ ਰਿਹਾ ਆ, ਤਾਂ ਇੱਕ ਦਿਨ ਦੀ ਗੱਲ ਕੀ ਹੈ। ਤੇ ਕਹਿੰਦੇ ਬਸ ਸਵੇਰੇ ਸਵੇਰੇ ਜਦੋਂ ਸਹਿਰੀ ਦਾ ਟਾਈਮ ਆਇਆ, ਸਹਿਰੀ ਦਾ ਮਤਲਬ ਸੂਰਜ ਚੜ੍ਹਨ ਤੋਂ ਪਹਿਲਾਂ, ਜਦੋਂ ਅਸਮਾਨ 'ਚ ਤਾਰੇ ਹੁੰਦੇ ਆ, ਹੁਣ ਤਾਰਿਆਂ 'ਤੇ ਰਹਿੰਦੇ ਰਹਿੰਦੇ ਕਹਿੰਦੇ ਇਕੱਠੇ ਖਾਵਾਂਗੇ ਔਰ ਫਿਰ ਤੁਸੀਂ ਇਸ ਕਮਰੇ ਵਿੱਚ ਚਲੇ ਜਾਣਾ ਹੈ, ਇੱਕ ਰੋਜ਼ਾ ਰੱਖਣਾ ਹੈ ਸਾਡੇ ਕਹਿਣ 'ਤੇ। ਬਾਬਾ ਫਰੀਦ ਜੀ ਨੂੰ ਕਹਿੰਦੇ, ਤੇ ਬਾਬਾ ਫਰੀਦ ਜੀ ਅੱਗੋਂ ਕਹਿੰਦੇ ਜੀ ਠੀਕ ਹੈ। ਅਗਲੇ ਦਿਨ ਇੱਦਾਂ ਹੀ ਹੋਇਆ, ਸਹਿਰੀ ਕੀਤੀ, ਖਾਣਾ ਖਾਧਾ ਔਰ ਇੱਕ ਕਮਰੇ 'ਚ ਬੰਦ ਕਰ ਦਿੱਤਾ ਗਿਆ ਬਾਬਾ ਫਰੀਦ ਜੀ ਨੂੰ, ਔਰ ਨਾਲ 2 ਸੇਵਾਦਾਰਾਂ ਨੂੰ ਕੁਤਬੁੱਦੀਨ ਬਖਤਿਆਰ ਖਾਕੀ ਜੀ ਮਹਾਰਾਜ ਨੇ, ਕੁਤਬ ਸਾਹਿਬ ਨੇ ਕਿਹਾ ਕਿ ਧਿਆਨ ਰੱਖਿਓ ਬਈ, ਬਾਹਰ ਨਾ ਨਿਕਲ, ਬਾਹਰ ਨਹੀਂ ਨਿਕਲਣ ਦੇਣਾ, ਕਿਉਂਕਿ ਇਹ ਰੋਜ਼ਾ ਇਹਨਾਂ ਵਾਸਤੇ ਬਹੁਤ ਮੁਸ਼ਕਿਲ ਹੋਣ ਵਾਲਾ ਹੈ। ਤੇ ਬਾਬਾ ਫਰੀਦ ਜੀ ਹੱਸਣ ਲੱਗੇ ਕਿ ਇੱਕ ਰੋਜ਼ਾ ਮੇਰੇ ਵਾਸਤੇ ਮੁਸ਼ਕਿਲ ਹੋਣਾ ਹੈ? ਮੇਰੇ ਵਾਸਤੇ ਕੀ ਮੁਸ਼ਕਿਲ ਹੋਣਾ ਹੈ? ਉਹ ਮੈਂ ਤਾਂ 36 ਸਾਲ ਇਬਾਦਤਾਂ ਹੀ ਕੀਤੀਆਂ ਹੈ, ਭੁੱਖਾ ਪਿਆਸਾ ਹੀ ਰਿਹਾ ਵਾਂ, 2-2 4-4 ਦਿਨ ਨਹੀਂ ਖਾਧਾ, ਇੱਕ ਦਿਨ ਦੀ ਕੀ ਗੱਲ ਹੈ? ਇਹ ਕੀ ਆਪਣੇ ਮੁਰੀਦਾਂ ਨੂੰ ਕਹਿ ਰਹੇ ਆ? ਬਾਬਾ ਫਰੀਦ ਜੀ ਹੁਣ ਹੱਸੇ ਵੀ ਔਰ ਮੁਸਕਰਾ ਰਹੇ। ਇਹ ਕੀ ਆਪਣੇ ਮੁਰੀਦਾਂ ਨੂੰ ਕਹਿ ਰਹੇ ਆ ਕਿ ਦਰਵਾਜ਼ੇ 'ਤੇ ਬੈਠੇ ਰਹੋ, ਦੇਖਿਓ ਕਿਤੇ ਫਰੀਦ ਦੌੜ ਨਾ ਜਾਵੇ, ਕਿਉਂਕਿ ਰੋਜ਼ਾ ਇਹਨਾਂ ਵਾਸਤੇ ਬਹੁਤ ਮੁਸ਼ਕਿਲ ਹੋਣ ਵਾਲਾ ਹੈ। ਤਾਂ ਬਾਬਾ ਫਰੀਦ ਜੀ ਇੱਥੇ ਸਮਝੇ ਨਹੀਂ ਸੀ ਰਮਜ ਹਜੇ, ਉਹ ਹਜੇ ਤੱਕ ਫਕੀਰ ਦੀ ਰਮਜ ਸਮਝ ਨਹੀਂ ਸੀ। 36 ਸਾਲ ਦੀ ਉਹ ਕਹਿਣ ਲੱਗੇ ਅੱਗੋਂ ਕਿ ਮੈਂ ਤਾਂ 36 ਸਾਲ ਦੀ ਇਬਾਦਤ ਕੀਤੀ ਹੈ। ਤੇ ਹੁਣ ਬਾਬਾ ਫਰੀਦ ਜੀ ਬੈਠ ਗਏ ਤੇ ਦਰਵਾਜ਼ਾ ਹੋ ਗਿਆ ਬੰਦ। ਤੇ ਕੁਤਬ ਸਾਹਿਬ ਬਾਬਾ ਕੁਤਬੁੱਦੀਨ ਕਹਿੰਦੇ ਹੁਣ ਦਰਵਾਜ਼ਾ ਇਫਤਾਰੀ ਦੇ ਸਮੇਂ ਹੀ ਖੁੱਲ੍ਹੇਗਾ, ਜਦੋਂ ਰੋਜ਼ਾ ਖੋਲ੍ਹਣ ਦਾ ਵਕਤ ਆਏਗਾ, ਜਦੋਂ ਸੂਰਜ ਢਲ ਜਾਂਦਾ ਹੈ ਤਾਂ ਸਾਡੇ ਸੇਵਾਦਾਰ ਲੈ ਕੇ ਆਉਣਗੇ ਫਰੀਦ ਤੁਹਾਨੂੰ ਸਾਡੇ ਕੋਲ, ਉਦੋਂ ਤੱਕ ਅੰਦਰ ਹੀ ਰਹਿਣਾ ਹੈ। ਬਾਬਾ ਫਰੀਦ ਜੀ ਕਹਿੰਦੇ ਜੀ ਠੀਕ ਹੈ ਮਹਾਰਾਜ, ਇੱਕ ਦਿਨ ਦੀ ਗੱਲ ਹੈ। ਹੁਣ ਬਹਿ ਗਏ ਬਾਬਾ ਫਰੀਦ ਜੀ। ਹੁਣ ਜਦੋਂ ਬਾਬਾ ਫਰੀਦ ਜੀ ਬੈਠੇ, ਹਜੇ 2-3 ਘੰਟੇ ਹੀ ਹੋਏ ਸੀ, ਰੋਜ਼ਾ ਸ਼ੁਰੂ ਹੋਇਆ ਕਿ ਬਾਬਾ ਫਰੀਦ ਜੀ ਨੂੰ ਅੰਦਰ ਨਾ ਭੁੱਖ ਔਰ ਪਿਆਸ ਬਹੁਤ ਜ਼ਿਆਦਾ ਮਹਿਸੂਸ ਹੋਣ ਲੱਗ ਪਈ। ਤਾਂ ਸੋਚਣ ਲੱਗ ਪਏ, ਹੈ ਅੱਜ ਕੀ ਹੋ ਗਿਆ? ਅੰਦਰ ਪਿਆਸ, ਅੰਦਰ ਭੁੱਖ ਇੰਨੀ ਜ਼ਿਆਦਾ, ਇੱਦਾਂ ਲੱਗਦਾ ਕਿ ਕਿਤੇ ਪਾਣੀ ਨਾ ਮਿਲਿਆ, ਰੋਟੀ ਨਾ ਮਿਲੀ ਤੇ ਮੇਰੀ ਜਾਨ ਨਿਕਲ ਜਾਣੀ ਹੈ। ਅੱਜ ਮੇਰੇ ਨਾਲ ਕੀ ਹੋ ਗਿਆ? ਮੈਨੂੰ ਜੰਗਲਾਂ ਵਿੱਚ ਤਾਂ ਮੈਂ ਸਿਖਰ ਦੁਪਹਿਰੇ ਹੁੰਦਾ ਸੀ, ਇੰਨੀ ਗਰਮੀ ਹੁੰਦੀ ਸੀ, ਕਿਉਂਕਿ 36 ਸਾਲਾਂ 'ਚ ਹਰ ਮੌਸਮ ਦਾ ਸਾਹਮਣਾ ਬਾਬਾ ਫਰੀਦ ਜੀ ਨੇ ਕੀਤਾ ਸੀ। ਸਰਦੀ, ਗਰਮੀ, ਪੱਤਝੜ, ਬਹਾਰ, ਸ਼ਾਮ ਵੀ, ਧੁੱਪ ਵੀ, ਸਭ ਕੁਝ ਦੇਖਿਆ ਸੀ ਉਹਨਾਂ ਨੇ। ਤਾਂ ਹੁਣ ਸੋਚਾਂ 'ਚ ਪੈ ਗਏ ਕਿ ਕਦੇ ਇੰਨੀ ਪਿਆਸ, ਕਦੇ ਇੰਨੀ ਭੁੱਖ ਮਹਿਸੂਸ ਨਹੀਂ ਹੋਈ, ਆਖਰ ਅੱਜ ਕਿਉਂ ਹੋ ਰਹੀ ਹੈ? ਫਿਰ ਯਾਦ ਆਇਆ ਕਿ ਕੁਤਬੁੱਦੀਨ ਸਾਹਿਬ ਨੇ ਕਿਹਾ ਸੀ ਕਿ ਰੋਜ਼ਾ ਬੜਾ ਔਖਾ ਹੋਣ ਵਾਲਾ ਹੈ ਇਹਨਾਂ ਵਾਸਤੇ। ਹੁਣ ਬਾਬਾ ਫਰੀਦ ਜੀ ਨੂੰ ਹਜੇ 2-3 ਘੰਟੇ ਹੀ ਹੋਏ ਸੀ, ਉੱਧਰ ਅਜੇ ਸੂਰਜ ਨਿਕਲਿਆ। ਤਾਂ ਬਾਬਾ ਫਰੀਦ ਜੀ ਦੇ ਅੰਦਰ ਇੱਦਾਂ ਹੋਇਆ ਕਿ ਜੇਕਰ ਪਾਣੀ ਨਾ ਮਿਲਿਆ, ਰੋਟੀ ਨਾ ਮਿਲੀ ਤਾਂ ਮੈਂ ਮਰ ਜਾਣਾ ਹੈ, ਮੇਰੀ ਜਾਨ ਨਿਕਲ ਜਾਣੀ ਹੈ। ਤਾਂ ਬਾਬਾ ਫਰੀਦ ਜੀ ਨੇ ਲੱਕੜ ਦੇ ਦਰਵਾਜ਼ੇ, ਉਹ ਲੱਕੜ ਦਾ ਦਰਵਾਜ਼ਾ ਸੀ, ਉਸ ਲੱਕੜ ਦੇ ਦਰਵਾਜ਼ੇ ਥਾਣੀ ਦੇਖਿਆ ਬਾਹਰ ਕਿ ਬਾਹਰ ਕੀ ਹੈ। ਹੁਣ ਜਦੋਂ ਦੇਖਿਆ ਤਾਂ ਬਾਹਰ ਸੇਵਾਦਾਰ ਬੈਠੇ ਹੈ। ਹੁਣ ਕਹਿੰਦੇ ਦਰਵਾਜ਼ਾ ਖੋਲ੍ਹ ਕੇ ਤਾਂ ਜਾ ਨਹੀਂ ਸਕਦਾ, ਕਿਉਂਕਿ ਕੁਤਬ ਸਾਹਿਬ ਨੇ ਪਹਿਲਾਂ ਹੀ ਕਿਹਾ ਸੀ ਉਹ ਧਿਆਨ ਰੱਖਿਓ ਕਿਤੇ ਦੌੜ ਨਾ ਜਾਵੇ, ਰੋਜ਼ਾ ਇਹਦੇ ਵਾਸਤੇ ਬੜਾ ਔਖਾ ਹੋਣਾ ਹੈ। ਹੁਣ ਦੇਖਿਆ ਉਸ ਕਮਰੇ 'ਚ ਉਹ ਪਿੱਛੇ ਨਾ ਖਿੜਕੀ ਸੀ। ਤਾਂ ਬਾਬਾ ਫਰੀਦ ਜੀ ਨੇ ਖਿੜਕੀ ਖੋਲ੍ਹੀ, ਪਰ ਹੁਣ ਖਿੜਕੀ ਦੇਖੀ ਤਾਂ ਉਹਦੇ ਵਿੱਚੋਂ ਨਹੀਂ ਨਿਕਲਿਆ ਜਾ ਸਕਦਾ, ਕਿਉਂਕਿ ਉਹ ਸਲਾਖਾਂ ਸੀ ਨਾ, ਸੀਖਾਂ ਲੱਗੀਆਂ ਹੋਈਆਂ ਸੀ। ਹੁਣ ਬਾਬਾ ਫਰੀਦ ਜੀ ਨੇ ਆਲੇ ਦੁਆਲੇ ਦੇਖਿਆ ਖਿੜਕੀ 'ਚੋਂ ਕਿ ਕੋਈ ਦਿਸਦਾ ਵੀ ਹੈ। ਤਾਂ ਹੁਣ ਕਹਿੰਦੇ ਬਾਬਾ ਫਰੀਦ ਜੀ ਨੇ ਦੇਖਿਆ ਕਿ ਇੱਕ ਮਾਈ ਆਪਣੇ ਸਿਰ 'ਤੇ ਪੋਟਲੀ ਰੱਖ ਕੇ ਨਾ ਜਾ ਰਹੀ ਹੈ। ਗੱਲ 'ਤੇ ਗੌਰ ਫਰਮਾਣਾ ਬਾਬਾ ਜੀ, ਬਹੁਤ ਰਹਿਮਤਾਂ ਭਰੀ ਗੱਲ ਹੈ। ਉਹ ਕਹਿੰਦੇ ਜਦੋਂ ਬਾਬਾ ਫਰੀਦ ਜੀ ਨੇ ਦੇਖਿਆ ਕਿ ਇੱਕ ਮਾਈ ਆਪਣੇ ਸਿਰ 'ਤੇ ਪੋਟਲੀ ਰੱਖ ਕੇ ਜਾ ਰਹੀ ਹੈ, ਬਾਬਾ ਫਰੀਦ ਜੀ ਨੇ ਉਹਨੂੰ ਆਵਾਜ਼ ਮਾਰੀ। ਕਿੱਦਾਂ ਆਵਾਜ਼ ਮਾਰੀ? ਉੱਚੀ ਤਾਂ ਬੋਲ ਨਹੀਂ ਸਕਦੇ ਸੀ, ਕਿਉਂਕਿ ਸੇਵਾਦਾਰਾਂ ਨੇ ਅੰਦਰ ਆ ਜਾਣਾ ਸੀ, ਉਹਨਾਂ ਨੇ ਕਹਿਣਾ ਭਾਈ ਇਹ ਕਿੱਧਰ ਇਸ਼ਾਰੇ ਕਰ ਰਹੇ ਆ। ਤਾਂ ਕਹਿੰਦੇ ਬਾਬਾ ਫਰੀਦ ਜੀ ਨੇ ਇਸ਼ਾਰਾ ਕੀਤਾ ਤੇ ਮਾਈ ਨੇ ਦੇਖਿਆ ਤੇ ਪੁੱਛਿਆ, ਹਾਂ ਕੀ ਗੱਲ ਹੈ? ਤਾਂ ਬਾਬਾ ਫਰੀਦ ਜੀ ਨੇ ਪੁੱਛਿਆ, ਮਾਈ ਕੀ ਹੈ ਤੇਰੇ ਕੋਲ? ਖਾਣ ਨੂੰ ਹੈ ਕੁਛ?
ਮਾਈ ਕਹਿੰਦੀ ਰੋਟੀ ਹੈ ਮੇਰੇ ਕੋਲ, ਆਪਣੇ ਬੇਟੇ ਵਾਸਤੇ, ਆਪਣੇ ਪੁੱਤ ਵਾਸਤੇ ਲੈ ਕੇ ਜਾ ਰਹੀ ਹਾਂ। ਪੁੱਤ ਕੰਮ ਤੇ ਗਿਆ ਹੈ, ਦੁਪਹਿਰ ਨੂੰ ਉਹਨੂੰ ਰੋਟੀ ਦੇਣੀ ਹੁੰਦੀ ਹੈ। ਤੇ ਬਾਬਾ ਫਰੀਦ ਜੀ ਕਹਿੰਦੇ ਫਿਰ ਮਾਈ ਸ਼ੁਕਰ ਹੈ ਤੇਰਾ, ਸ਼ੁਕਰ ਹੈ। ਪਾਣੀ ਵੀ ਹੋਏਗਾ? ਕਹਿੰਦੀ ਹਾਂ ਹੈ। ਤਾਂ ਕਹਿੰਦੇ ਮਾਈ ਦੇ ਦੇ, ਮੈਨੂੰ ਦੇ ਦੇ, ਕਿਉਂਕਿ ਜੇ ਮੈਨੂੰ ਪਾਣੀ ਨਾ ਮਿਲਿਆ, ਰੋਟੀ ਨਾ ਮਿਲੀ ਤਾਂ ਮੈਂ ਮਰ ਜਾਣਾ ਹੈ। ਕਹਿੰਦੇ ਉਸ ਵਕਤ ਮਾਈ ਕਹਿਣ ਲੱਗੀ ਉਹ ਮੈਂ ਆਪਣੇ ਪੁੱਤ ਵਾਸਤੇ ਲੈ ਕੇ ਜਾ ਰਹੀ ਹਾਂ, ਤੈਨੂੰ ਕਿੱਦਾਂ ਦੇ ਦੇਵਾਂ? ਮੇਰਾ ਪੁੱਤ ਭੁੱਖਾ ਰਹਿ ਜਾਣਾ ਹੈਗਾ। ਤਾਂ ਬਾਬਾ ਫਰੀਦ ਜੀ ਕਹਿੰਦੇ ਬੇਟੇ ਵਾਸਤੇ ਤੂੰ ਹੋਰ ਲੈ ਆਈ, ਮੈਨੂੰ ਦੇ ਦੇ। ਤਾਂ ਮਾਈ ਕਹਿੰਦੀ ਜੇ ਮੈਂ ਤੈਨੂੰ ਰੋਟੀ ਦਊਂਗੀ ਤਾਂ ਮੈਨੂੰ ਕੀ ਮਿਲੇਗਾ, ਮੈਨੂੰ ਕੀ ਦਊਂਗੇ? ਤਾਂ ਬਾਬਾ ਫਰੀਦ ਜੀ ਕਹਿੰਦੇ ਪੈਸੇ ਪੂਸੇ ਤਾਂ ਹੈ ਨਹੀਂ ਮੇਰੇ ਕੋਲ ਦੇਣ ਵਾਸਤੇ, ਨਾ ਹੀ ਮੇਰੇ ਹੱਥ 'ਚ ਕੋਈ ਸੋਨੇ ਚਾਂਦੀ ਦੀ ਅੰਗੂਠੀ ਹੈ ਜੋ ਤੈਨੂੰ ਮੈਂ ਦੇ ਦੇਵਾਂ। ਤਾਂ ਮਾਈ ਕਹਿੰਦੀ ਫਿਰ ਕੀ ਸੋਚਦੇ ਹੋ, ਕੀ ਦਓਗੇ ਮੈਨੂੰ? ਤੁਸੀਂ ਕੀ ਸੋਚਦੇ ਹੋ, ਤੁਹਾਨੂੰ ਉੱਦਾਂ ਹੀ ਰੋਟੀ ਖਾਣ ਨੂੰ ਦੇ ਦੇਵਾਂ ਕਿ ਮਿਹਨਤ ਮੇਰੀ, ਆਟਾ ਮੇਰਾ, ਸਬਜ਼ੀ ਮੇਰੀ ਪਕਾਈ ਮੈਂ ਤੁਹਾਨੂੰ ਮੁਫਤ ਵਿੱਚ ਹੀ ਦੇਈ ਜਾਵਾਂ? ਕੁਛ ਨਾ ਕੁਛ ਤਾਂ ਦੇਣਾ ਪਵੇਗਾ। ਤਾਂ ਬਾਬਾ ਫਰੀਦ ਜੀ ਕਹਿੰਦੇ ਕੀ ਚਾਹੀਦਾ ਹੈ? ਮਾਈ ਦੱਸ ਤੈਨੂੰ ਕੀ ਚਾਹੀਦਾ ਹੈ? ਤਾਂ ਮਾਈ ਕਹਿਣ ਲੱਗੀ ਦੇਖ ਆ ਜਿਹੜੇ ਘਰ 'ਚ ਤੂੰ ਬੈਠਾ ਹੈ ਨਾ, ਇਹ ਫਕੀਰ ਦਾ ਘਰ ਹੈ, ਹਜ਼ਰਤ ਕੁਤਬੁੱਦੀਨ ਬਖਤਿਆਰ ਖਾਕੀ ਸਾਹਿਬ ਦਾ। ਇਹ ਫਕੀਰ ਦਾ ਘਰ ਹੈ, ਔਰ ਜੇ ਤੁਸੀਂ ਉਹਨਾਂ ਦੇ ਕਮਰੇ ਵਿੱਚ ਬੈਠੇ ਆ ਤਾਂ ਇਹਦਾ ਮਤਲਬ ਇਬਾਦਤ ਹੀ ਕਰ ਰਹੇ ਹੋਵੋਗੇ, ਕਿਉਂਕਿ ਫਕੀਰਾਂ ਦੇ ਘਰ 'ਚ ਤਾਂ ਇਬਾਦਤ ਹੀ ਹੁੰਦੀ ਹੈ, ਭਗਤੀ ਹੀ ਹੁੰਦੀ ਹੈ। ਹੁਣ ਮਾਈ ਕਹਿਣ ਲੱਗੀ ਬਾਬਾ ਫਰੀਦ ਜੀ ਨੂੰ, ਬਜ਼ੁਰਗ ਸੀ ਮਾਈ, ਕਹਿੰਦੀ ਬੇਟਾ ਮੈਂ ਹੁਣ ਹੋ ਗਈ ਹਾਂ ਬਿਰਧ ਬਜ਼ੁਰਗ, ਤਾਂ ਮੈਂ ਚਾਹੁੰਦੀ ਹਾਂ ਕਿ ਆਪਣੀ ਕੁਛ ਇਬਾਦਤ ਦਾ ਫਲ ਮੈਨੂੰ ਦੇ ਦਿਓ, ਕਿਉਂਕਿ ਮੇਰੇ ਕੋਲੋਂ ਭਗਤੀ ਹੁਣ ਹੋਣੀ ਨਹੀਂ। ਉਹਦੇ ਬਦਲੇ ਮੈਂ ਰੋਟੀ ਤੁਹਾਨੂੰ ਦੇ ਦਊਂਗੀ, ਕਿਉਂਕਿ ਮੈਨੂੰ ਵੀ ਤਾਂ ਕੁਛ ਮਿਲਣਾ ਚਾਹੀਦਾ ਹੈ ਨਾ। ਬਾਬਾ ਫਰੀਦ ਜੀ ਕਹਿੰਦੇ ਫਿਰ ਇੱਦਾਂ ਕਰ, ਤੂੰ ਮੇਰੀ 2 ਸਾਲ ਦੀ ਇਬਾਦਤ ਲੈ ਲਾ। ਤਾਂ ਅੱਗੋਂ ਮਾਈ ਨੇ ਪੁੱਛਿਆ ਕੀਤੀ ਕਿੰਨੀ ਹੈ ਇਬਾਦਤ? ਤਾਂ ਕਹਿੰਦੇ ਮੈਂ 36 ਸਾਲ ਕੀਤੀ ਹੈ। ਹੰਕਾਰ ਸੀਗਾ, ਕਹਿੰਦੇ ਮੈਂ 36 ਸਾਲ ਇਬਾਦਤ ਕੀਤੀ, ਹੰਕਾਰ ਦੇ ਵਿੱਚ ਬੋਲੇ। ਤਾਂ ਮਾਈ ਕਹਿੰਦੀ ਬਸ ਫਿਰ 2 ਸਾਲ ਹੀ, 2 ਸਾਲ ਨਾਲ ਤਾਂ ਨਹੀਂ ਗੱਲ ਬਣਨੀ। ਤਾਂ ਬਾਬਾ ਫਰੀਦ ਕਹਿੰਦੇ ਫਿਰ 4 ਸਾਲ ਦੀ ਲੈ ਲੈ। ਮਾਈ ਕਹਿੰਦੇ ਨਹੀਂ ਹੋਰ ਦੇ। ਤਾਂ ਬਾਬਾ ਫਰੀਦ ਕਹਿੰਦੇ 6 ਸਾਲ ਦੀ ਲੈ ਲੈ, ਪਰ ਰੋਟੀ ਦੇ ਦੇ। ਮਾਈ ਕਹਿੰਦੀ ਨਹੀਂ ਹੁਣ ਇੱਦਾਂ ਕਰ, ਜੇ ਦੇਣੀ ਹੈ ਨਾ ਤੇ ਗੱਲ ਮੁਕਾ 12 ਸਾਲਾਂ ਤੇ। ਲੋ ਜੀ ਕਰਦਿਆਂ ਹੁਣ ਮਾਈ ਨੇ 12 ਸਾਲ ਕਿਹਾ ਤੇ ਬਾਬਾ ਫਰੀਦ ਜੀ ਕਹਿੰਦੇ ਚੱਲ ਠੀਕ ਹੈ। ਬਾਬਾ ਫਰੀਦ ਕਹਿੰਦੇ 12 ਸਾਲ ਦੀ ਇਬਾਦਤ ਤੈਨੂੰ ਮੈਂ ਦਿੰਦਾ ਆ, ਤੇ ਰੋਟੀ ਪਾਣੀ ਦੇ ਦੇ, ਨਹੀਂ ਮੈਂ ਮਰ ਜਾਣਾ ਹੈ। ਤਾਂ ਮਾਈ ਨੇ ਰੋਟੀ ਵੀ ਦਿੱਤੀ ਔਰ ਪਾਣੀ ਵੀ ਪਿਲਾਤਾ। ਤਾਂ ਹੁਣ ਜਦੋਂ ਖਾ ਪੀ ਕੇ ਤਸੱਲੀ ਹੋਈ ਤੇ ਬਾਬਾ ਫਰੀਦ ਕਹਿੰਦੇ ਜਾ ਤੈਨੂੰ 12 ਸਾਲ ਦੀ ਇਬਾਦਤ ਦਾ ਫਲ ਦਿੱਤਾ। ਤਾਂ ਕਹਿੰਦੇ ਹੁਣ ਦੇਖ ਲਿਆ ਮਾਈ, ਹੁਣ ਜਦੋਂ ਮਾਈ ਨੇ ਦੇਖਿਆ ਕਿ ਮੈਨੂੰ 12 ਸਾਲ ਦੀ ਇਬਾਦਤ ਦਾ ਫਲ ਦੇ ਦਿੱਤਾ ਬਾਬੇ ਨੇ, ਤਾਂ ਹੁਣ ਕਹਿੰਦੇ ਦੇਖ ਲਾ। ਮਾਈ ਕਹਿੰਦੀ ਮੈਂ ਘਰ ਨੂੰ ਜਾ ਰਹੀ ਹਾਂ ਹੁਣ ਵਾਪਸ ਦੁਬਾਰਾ ਰੋਟੀ ਬਣਾਉਣ ਲਈ, ਮੈਨੂੰ ਰੋਟੀ ਦੁਬਾਰਾ ਬਣਾਉਣੀ ਪੈਣੀ ਹੈ। ਔਰ ਉਸ ਜ਼ਮਾਨੇ ਦੇ ਵਿੱਚ ਬਾਬਾ ਜੀ ਆ ਗੈਸ ਸਿਲੰਡਰ ਥੋੜ੍ਹੀ ਹੁੰਦੇ, ਚੁੱਲ੍ਹਿਆਂ ਨੂੰ ਬਾਲਣਾ 1.5 2 2.5 ਘੰਟੇ ਤਾਂ ਇੱਦਾਂ ਹੀ ਲੱਗ ਜਾਂਦੇ ਸੀ। ਉਹ ਕਹਿੰਦੇ ਹੁਣ ਮੈਨੂੰ ਜਾ ਕੇ ਹੁਣ ਬਾਬਾ ਫਰੀਦ ਜੀ ਨੂੰ ਕਹਿੰਦੇ ਕਿ ਮੈਨੂੰ ਜਾ ਕੇ ਹੁਣ ਦੁਬਾਰਾ ਬਣਾਉਣੀ ਪੈਣੀ ਹੈ। ਤਾਂ ਅੱਗੋਂ ਬਾਬਾ ਫਰੀਦ ਜੀ ਕਹਿੰਦੇ ਜਾ ਹੁਣ ਕੋਈ ਫਿਕਰ ਨਹੀਂ ਹੈ, ਕੋਈ ਚੱਕਰ ਨਹੀਂ ਹੈ। ਕਹਿ ਕੇ ਬਾਬਾ ਫਰੀਦ ਜੀ ਨੇ ਹੁਣ ਫੇਰ ਬੈਠ ਗਏ ਉਹ, ਤੇ ਮਾਈ ਹੁਣ ਰੋਟੀ ਬਣਾਉਣ ਚਲੀ ਗਈ। ਤੇ ਬਾਬਾ ਫਰੀਦ ਜੀ ਨੂੰ 2 ਘੰਟੇ ਅਜੇ ਬਸ ਬੀਤੇ ਹੀ ਸੀ, 2 ਘੰਟੇ ਬੀਤੇ ਸੀ। ਉਹਨਾਂ ਨੂੰ ਫੇਰ ਭੁੱਖ ਲੱਗ ਗਈ। ਜਿੱਦਾਂ ਕਹਿ ਲਓ ਕਿ ਸਵੇਰੇ 5 ਵਜੇ ਰੋਜ਼ਾ ਸ਼ੁਰੂ ਕੀਤਾ, 9 ਵਜੇ ਰੋਟੀ ਖਾਧੀ ਦੁਬਾਰਾ, ਤੇ 12 ਵਜੇ ਫੇਰ ਭੁੱਖ ਲੱਗ ਗਈ, ਪਿਆਸ ਵੀ ਬਹੁਤ ਜ਼ਿਆਦਾ ਲੱਗ ਗਈ। ਹੁਣ ਬਾਬਾ ਫਰੀਦ ਜੀ ਸੋਚੇ ਕਿ ਕਮਾਲ ਦੀ ਗੱਲ ਹੈ, ਇਹ ਹੋ ਕੀ ਰਿਹਾ ਹੈ? ਫਿਰ ਪਿਆਸ ਲੱਗ ਗਈ, ਫਿਰ ਭੁੱਖ ਲੱਗ ਗਈ। ਇਹ ਤਾਂ ਇਦਾਂ ਸੀ ਜਿੱਦਾਂ ਖਾਧਾ ਹੀ ਕੁਛ ਨਹੀਂ ਹੁੰਦਾ। ਹੁਣ ਫੇਰ ਅੰਦਰ ਤੜਪ ਉੱਠੀ, ਅੰਦਰ ਪਿਆਸ ਉੱਠ ਗਈ। ਫਿਰ ਇਦਾਂ ਹੋਇਆ ਕਿ ਨਾ ਪਾਣੀ ਰੋਟੀ ਮਿਲੀ ਤੇ ਮੈਂ ਮਰ ਜਾਣਾ ਹੈ। ਤਾਂ ਬਾਬਾ ਫਰੀਦ ਜੀ ਨੇ ਸਿਰ ਫੜ ਲਿਆ ਆਪਣਾ ਕਿ ਅੱਜ ਹੋ ਕੀ ਰਿਹਾ ਹੈ? ਪੂਰੀ ਜ਼ਿੰਦਗੀ 'ਚ ਇੰਨੀ ਭੁੱਖ ਨਹੀਂ ਲੱਗੀ, ਪਿਆਸ ਨਹੀਂ ਲੱਗੀ, ਅੱਜ ਕੀ ਹੋ ਰਿਹਾ ਹੈ? ਤਾਂ ਹੁਣ ਫੇਰ ਕਹਿੰਦੇ ਉੱਠ ਕੇ ਦੇਖਣ ਲੱਗੇ ਖਿੜਕੀ ਵਿੱਚੋਂ ਕਿ ਬਾਹਰ ਕੋਈ ਹੈ। ਤੇ ਉਹ ਕੁਦਰਤੀ ਉਹੀ ਮਾਈ, ਫੇਰ ਜ਼ਰਾ ਗੌਰ ਫਰਮਾਣਾ,
ਕੁਦਰਤੀ ਉਹੀ ਮਾਹੀ ਫੇਰ। ਤਾਂ ਹੁਣ ਫੇਰ ਇਸ਼ਾਰਾ ਕੀਤਾ ਤੇ ਮਾਈ ਕਹਿੰਦੀ ਹੁਣ ਕੀ ਹੋ ਗਿਆ, ਅਜੇ ਹੁਣੇ 2-3 ਘੰਟੇ ਪਹਿਲਾਂ ਤਾਂ ਰੋਟੀਆਂ ਖਵਾ ਕੇ ਗਈ ਸੀ, ਹੁਣ ਮੈਂ ਦੁਬਾਰਾ ਪਕਾ ਕੇ ਲੈ ਕੇ ਆਈ ਹਾਂ। ਬਾਬਾ ਫਰੀਦ ਜੀ ਕਹਿੰਦੇ ਫਿਰ ਬੜੀ ਭੁੱਖ ਲੱਗੀ ਹੈ ਮਾਈ, ਇਹ ਵੀ ਮੈਨੂੰ ਦੇ ਦੇ। ਮਾਈ ਕਹਿੰਦੀ ਅੱਛਾ ਇੰਨੀ ਭੁੱਖ, ਤਾਂ ਦੱਸ ਫਿਰ ਕੀ ਦਊਂਗਾ, ਮੈਨੂੰ ਇਹਦੇ ਬਦਲੇ ਕੀ ਦਊਂਗਾ। ਤਾਂ ਅੱਗੋਂ ਫਰੀਦ ਜੀ ਕਹਿੰਦੇ ਹੋਰ ਮੇਰੇ ਕੋਲ ਕੁਛ ਨਹੀਂ, ਇਬਾਦਤ ਹੀ ਆ। ਕਹਿੰਦੀ ਹੁਣ ਕਿੰਨੀ ਦਊਂਗਾ ਇਬਾਦਤ ਫਿਰ ਮੈਨੂੰ, ਜੇ ਇਬਾਦਤ ਹੀ ਆ ਤੇ। ਬਾਬਾ ਫਰੀਦ ਜੀ ਕਹਿੰਦੇ 12 ਤਾਂ ਪਹਿਲਾਂ ਲੈ ਗਈ, 4 ਕੁ ਹੁਣ ਲੈ ਲਾ, 4 ਕੁ ਸਾਲਾਂ ਦੀ ਇਬਾਦਤ ਦਾ ਫਲ ਹੁਣ ਲੈਣਾ। ਤਾਂ ਮਾਈ ਕਹਿੰਦੀ ਨਹੀਂ ਹੁਣ ਵੀ 12 ਹੀ ਲਊਂਗੀ, ਉਦੋਂ ਵੀ 12 ਲਈਆਂ ਸੀ, ਹੁਣ ਵੀ 12 ਹੀ ਦੇ। ਤੇ ਬਾਬਾ ਫਰੀਦ ਜੀ ਕਹਿੰਦੇ ਕੋਈ ਨਹੀਂ, ਇਬਾਦਤ ਬਾਅਦ 'ਚ ਹੋਰ ਕਰ ਲਊਂਗਾ, ਜੇ ਹੁਣ ਰੋਟੀ ਨਾ ਮਿਲੀ ਮੇਰਾ ਤਾਂ ਹੋ ਗਿਆ। ਚੱਲ ਕਹਿੰਦੇ 12 ਹੋਰ ਦਿੱਤੇ ਤੈਨੂੰ, ਪਹਿਲਾਂ 12 ਲੈ ਗਈ, 12 ਹੁਣ ਲੈ ਗਈ, ਤੇ 12 ਹੀ ਮੇਰੇ ਪੱਲੇ ਰਹਿ ਗਈਆਂ, ਹੁਣ ਰੋਟੀ ਦੇ ਦੇ ਮੈਨੂੰ। ਮਾਈ ਨੇ ਫੇਰ ਰੋਟੀ ਦਿੱਤੀ ਜੀ, ਬਾਬਾ ਫਰੀਦ ਜੀ ਨੇ ਖਾਧੀ, ਫਿਰ ਤਸੱਲੀ ਹੋਈ, ਸ਼ੁਕਰ ਹੈ ਕਰਨ ਲੱਗ ਪਏ ਕਿ ਸ਼ੁਕਰ ਹੈ ਜਾਨ ਬਚੀ, ਕੋਈ ਨਹੀਂ ਇਬਾਦਤ ਬਾਅਦ 'ਚ ਹੋਰ ਕਰ ਲਊਂਗਾ। ਮਾਈ ਫਿਰ ਚਲੀ ਗਈ। ਤਾਂ ਹੁਣ ਇੱਧਰ ਬਾਬਾ ਫਰੀਦ ਜੀ ਨੂੰ 2-3 ਘੰਟੇ ਬੀਤੇ, ਸ਼ਾਮ ਹੋਣ ਵਾਲੀ ਹੈ, ਪਰ ਭੁੱਖ ਫੇਰ ਬਰਦਾਸ਼ਤ ਤੋਂ ਬਾਹਰ ਹੋ ਗਈ। ਬਾਬਾ ਜੀ ਫੇਰ ਅੰਦਰ ਪਿਆਸ ਲੱਗੀ, ਭੁੱਖ ਲੱਗੀ, ਤੜਪ ਹੈ। ਬਾਬਾ ਫਰੀਦ ਜੀ ਕਹਿੰਦੇ ਹੁਣ ਮੈਂ ਕੀ ਕਰਾਂ। ਫਿਰ ਖਿੜਕੀ ਖੋਲੀ, ਦੇਖਿਆ ਤਾਂ ਤੀਜੀ ਵਾਰੀ ਵੀ ਫੇਰ ਉਹੀ ਮਾਈ, ਤੀਸਰੀ ਵਾਰ ਵੀ ਹੁਣ ਮਾਈ। ਜ਼ਰਾ ਗੌਰ ਕਰੋ, ਇਹ ਵੀ ਸੋਚਣ ਦੀ ਗੱਲ ਹੈ ਕਿ ਬਾਰ-ਬਾਰ ਆਖਿਰ ਉਹੀ ਮਾਈ ਕਿਉਂ ਆ ਰਹੀ ਹੈ। ਇਹ ਵੀ ਜਦੋਂ ਇਹ ਵਾਧੇ ਵੱਲ ਪਵਾਂਗੇ ਨਾ, ਅਖੀਰ ਵੱਲ ਪਵਾਂਗੇ, ਤਾਂ ਇਸ ਗੱਲ ਦਾ ਜਵਾਬ ਹੀ ਮਿਲਣਾ ਕਿ ਬਾਰ-ਬਾਰ ਮਾਈ ਕਿਉਂ ਆ ਰਹੀ ਹੈ। ਹੁਣ ਇਸ ਗੱਲ ਦੇ ਵਿੱਚ ਉਹ ਰਾਜ਼ ਹੈ ਬਾਬਾ ਜੀ ਜੋ ਦੱਸਦਾ ਹੈ ਕਿ ਗੁਰੂਆਂ ਫਕੀਰਾਂ ਦੇ ਦਰ ਤੋਂ ਜੇ ਕੁਝ ਲੈਣਾ ਹੈ ਤੇ ਸਾਨੂੰ ਕਿਸ ਤਰ੍ਹਾਂ ਜਾਣਾ ਪਵੇਗਾ ਉਹਨਾਂ ਕੋਲ। ਸੋ ਗੌਰ ਕਰਨਾ। ਤੇ ਹੁਣ ਮਾਈ ਫੇਰ ਆ ਗਈ ਤੇ ਬਾਬਾ ਫਰੀਦ ਜੀ ਨੇ ਫਿਰ ਕਿਹਾ, ਕਹਿੰਦੇ ਬਸ ਥੋੜਾ ਹੀ ਰਹਿ ਗਿਆ ਮਾਈ, ਸਮਾਂ ਤਾਂ ਸੂਰਜ ਡੁੱਬਣ ਨੂੰ, ਪਰ ਮੇਰੇ ਤੋਂ ਹਜੇ ਵੀ ਭੁੱਖ ਬਰਦਾਸ਼ਤ ਨਹੀਂ ਹੁੰਦੀ, ਪਿਆਸ ਬਰਦਾਸ਼ਤ ਨਹੀਂ ਹੁੰਦੀ, ਰੋਟੀ ਦੇ ਦੇ। ਉਹ ਮਾਈ ਕਹਿੰਦੀ ਹੁਣ ਕੀ ਦੇਂਗਾ। ਫਿਰ 36 ਸਾਲ ਦੀ ਭਗਤੀ ਸੀ, 24 ਸਾਲ ਦੀ ਤਾਂ ਪਹਿਲਾਂ ਹੀ ਦੇਤੀ, 12 ਰਹਿ ਗਈ, 10 ਤਾਂ ਦੇ, ਹੁਣ ਕੀ ਦੇਂਗਾ। ਕਹਿੰਦੇ ਇਹ ਵੀ 12 ਮੈਨੂੰ ਦੇ ਦੇ। ਮਾਈ ਕਹਿੰਦੀ ਇਹ ਵੀ 12 ਮੈਨੂੰ ਦੇ ਦੇ, ਫਿਰ ਰੋਟੀ ਦਊਂਗੀ। ਬਾਬਾ ਫਰੀਦ ਕਹਿੰਦੇ ਲੈ ਲਾ, ਇਹ ਵੀ 12 ਲੈ ਲਾ, ਪਰ ਰੋਟੀ ਦੇ ਦੇ, ਰੋਟੀ ਦੇ ਦੇ। ਉਹ ਵੀ 12 ਸਾਲ ਦੀ ਭਗਤੀ ਦਾ ਫਲ ਦੇ ਦਿੱਤਾ ਮਾਈ ਨੂੰ। ਕਹਿੰਦੇ ਲੈ ਇਹ ਵੀ 12 ਤੈਨੂੰ ਦਿੱਤੇ, ਪਹਿਲਾਂ ਸਵੇਰੇ 12 ਦਿੱਤੇ, ਫਿਰ ਦੁਪਹਿਰੇ ਦਿੱਤੇ, ਹੁਣ ਸ਼ਾਮ ਨੂੰ ਵੀ ਦੇ ਦਿੱਤੇ। ਮੇਰੀ 36 ਸਾਲ ਦੀ ਭਗਤੀ ਦਾ ਫਲ ਤੈਨੂੰ ਦੇ ਦਿੱਤਾ, ਪਰ ਹੁਣ ਰੋਟੀ ਮੈਨੂੰ ਦੇ ਦੇ, ਪਾਣੀ ਦੇ ਦੇ। ਮਾਈ ਨੇ ਰੋਟੀ ਫੇਰ ਦੇ ਦਿੱਤੀ। ਹੁਣ ਬਾਬਾ ਫਰੀਦ ਜੀ ਨੇ ਰੋਟੀ ਖਾਧੀ, ਪਾਣੀ ਪੀਤਾ, ਸ਼ੁਕਰ ਹੈ ਕਰਨ ਲੱਗ ਪਏ ਤੇ ਤਸੱਲੀ ਹੋਈ। ਹੁਣ ਉਧਰ ਨੂੰ ਸ਼ਾਮ ਜਦੋਂ ਹੋਈ, ਜਦੋਂ ਇਫਤਾਰੀ ਦਾ ਵਕਤ ਆਇਆ, ਸ਼ਾਮ ਹੋ ਗਈ ਤੇ ਸੇਵਾਦਾਰਾਂ ਨੇ ਦਰਵਾਜ਼ਾ ਖੋਲ੍ਹਿਆ ਕਿ ਚਲੋ ਬਈ ਹਜ਼ਰਤ ਕੁਤਬੁਦੀਨ ਸਾਹਿਬ ਨੇ ਬੁਲਾਇਆ ਹੈ। ਤੇ ਜਦੋਂ ਕੁਤਬ ਸਾਹਿਬ ਦੇ ਕੋਲ ਗਏ ਤੇ ਬਾਬਾ ਫਰੀਦ ਜੀ ਤੇ ਆਉਂਦਿਆਂ ਨੂੰ ਦੇਖ ਕੇ ਨਾ, ਬਾਬਾ ਫਰੀਦ ਜੀ ਨੂੰ ਆਉਂਦਿਆਂ ਨੂੰ ਦੇਖ ਕੇ ਹਜ਼ਰਤ ਕੁਤਬੁਦੀਨ ਬਖਤਿਆਰ ਕਾਕੀ ਜੀ ਹੱਸੇ ਤੇ ਫਰਮਾਇਆ, ਹਾਂ ਫਰੀਦ ਕੀ ਲੈ ਕੇ ਆਇਆ? ਕੱਲ ਬੜੇ ਮਾਣ ਨਾਲ ਕਿਹਾ ਸੀ ਕਿ 36 ਸਾਲ ਦੀ ਇਬਾਦਤ ਹੈ ਮੇਰੇ ਕੋਲ, ਅੱਜ ਕੀ ਲੈ ਕੇ ਆਇਆ? ਇੱਕ ਰੋਟੀ ਬਦਲੇ ਦੇ ਆਇਆ ਨਾ ਸਾਰਾ ਕੁਛ, 36 ਸਾਲ ਦੇ ਕੇ ਆ ਗਿਆ ਨਾ, ਹੁਣ ਤਾਂ ਖਾਲੀ ਹੋ ਗਿਆ। ਤਾਂ ਬਾਬਾ ਫਰੀਦ ਜੀ ਕਹਿੰਦੇ ਹਾਂਜੀ ਮਹਾਰਾਜ ਹੁਣ ਤੇ ਮੈਂ ਖਾਲੀ ਹਾਂ। ਤਾਂ ਅੱਗੋਂ ਹਜ਼ਰਤ ਬਖਤਿਆਰ ਕਾਕੀ ਕੁਤਬੁਦੀਨ ਸਾਹਿਬ ਕਹਿੰਦੇ ਆ ਜਾ ਫਿਰ, ਆ ਜਾ ਫਿਰ, ਆ ਜਾ ਫਿਰ, ਹੁਣ ਤੈਨੂੰ ਅਸੀਂ ਭਰਾਂਗੇ। ਇਹ ਜਿਹੜਾ ਇੱਕ ਰੋਜ਼ਾ ਰੱਖਿਆ ਸੀ ਤੈਨੂੰ ਖਾਲੀ ਕਰਨ ਵਾਸਤੇ ਹੀ ਰੱਖਿਆ ਸੀ, ਕਿਉਂਕਿ ਪਹਿਲਾਂ ਤੇਰੇ ਅੰਦਰ, ਬਾਬਾ ਫਰੀਦ ਜੀ ਨੂੰ ਕਹਿੰਦੇ ਕਿ ਪਹਿਲਾਂ ਤੁਹਾਡੇ ਅੰਦਰ ਇਹ 36 ਸਾਲ ਦੀ ਭਗਤੀ ਨਹੀਂ ਸੀ, ਹੰਕਾਰ ਸੀ, ਮਾਣ ਸੀ ਕਿ ਮੈਂ ਚਿੜੀਆਂ ਨੂੰ ਮਾਰਿਆ ਤੇ ਜਿਉਂਦਾ ਕੀਤਾ। ਮੇਰੇ ਪੱਲੇ 36 ਸਾਲ ਦੀ ਇਬਾਦਤ ਹੈ। ਉਹ ਯਾਦ ਰੱਖੋ, ਮੁਰਸ਼ਦ ਦੇ ਕੋਲ ਗੁਰੂ ਦੇ ਕੋਲ ਜਦੋਂ ਆਓ, ਭਰ ਕੇ ਨਾ ਆਓ, ਖਾਲੀ ਹੋ ਕੇ ਆਓ। ਅੱਜ ਜਿਹੜਾ ਇੱਕ ਰੋਜ਼ਾ ਰਖਾਇਆ ਨਾ, ਜੋ 36 ਸਾਲ ਦੇ ਤੁਸੀਂ ਰੋਜ਼ੇ ਰੱਖੇ ਸੀ, ਉਹ ਰੋਜ਼ੇ ਕੰਮ ਦੇ ਨਹੀਂ ਸੀ ਕਿਸੇ, ਹੰਕਾਰ ਹੀ ਆਇਆ। ਪਰ ਆ ਕੀ
ਇੱਕੋ ਹੀ ਰੋਜ਼ੇ ਨੇ ਤੁਹਾਡੇ ਅੰਦਰ ਦੀ ਸਫਾਈ ਕਰ ਦਿੱਤੀ। ਹੁਣ ਚੈੱਕ ਕਰੋ ਜਰਾ ਆਪਣੇ ਆਪ ਨੂੰ। ਤਾਂ ਕਹਿੰਦੇ ਜੀ ਮੈਂ ਆਪਣੇ ਆਪ ਨੂੰ ਖਾਲੀ ਜਿਹਾ ਫੀਲ ਕਰ ਰਿਹਾ। ਬਾਬਾ ਫਰੀਦ ਜੀ ਕਹਿੰਦੇ ਕਿ ਮੈਂ ਆਪਣੇ ਆਪ ਨੂੰ ਖਾਲੀ ਜਿਹਾ ਫੀਲ ਕਰ ਰਿਹਾ ਹਾਂ ਕਿਉਂਕਿ ਮੈਂ ਦੇ ਚੁੱਕਾ ਹਾਂ ਸਭ ਕੁਝ। ਅਤੇ ਉਸ ਵੇਲੇ ਹਜ਼ਰਤ ਕੁਤਬੁੱਦੀਨ ਬਖਤਿਆਰ ਕਾਕੀ ਸਾਹਿਬ ਨੇ ਉਹ ਮਾਈ ਨੂੰ ਵੀ ਬੁਲਾਇਆ ਔਰ ਕਿਹਾ ਕਿ ਆਹੀ ਮਾਈ ਸੀ ਨਾ, ਇਹ ਮਾਈ ਵੀ ਕੋਈ ਹੋਰ ਨਹੀਂ ਸੀ, ਕਿਉਂਕਿ ਇਹ ਵੀ ਸਾਨੂੰ ਕਹਿੰਦੀ ਹੁੰਦੀ ਸੀ ਕਿ ਹਜ਼ਰਤ ਇਬਾਦਤ ਕਰਨੀ ਹੈ, ਹਜ਼ਰਤ ਇਬਾਦਤ ਕਰਨੀ ਹੈ, ਉਮਰ ਹੈ ਨਹੀਂ ਮੇਰੇ ਕੋਲ, ਉਮਰ ਹੈ ਨਹੀਂ ਮੇਰੇ ਕੋਲ, ਉਮਰ ਥੋੜ੍ਹੀ ਹੈ, ਕਿੱਦਾਂ ਮੈਂ ਐਡੀ ਵੱਡੀ। ਤੇ ਕਹਿੰਦੇ ਅਸੀਂ ਇਹਨੂੰ ਕਿਹਾ ਤੂੰ ਫਿਕਰ ਨਾ ਕਰ ਮਾਈ, ਤੂੰ ਫਕੀਰ ਦੇ ਦਰ 'ਤੇ ਆਈ ਹੈ, ਜੇ ਫਕੀਰ ਚਾਹਵੇ ਨਾ ਤਾਂ ਇੱਕ ਦਿਨ ਦੇ ਵਿੱਚ ਤੈਨੂੰ 36 ਸਾਲ ਦੀ ਇਬਾਦਤ ਦਾ ਫਲ ਦੇਵਾਂਗੇ। ਤੇ ਦੇਖ ਲੈ ਹੁਣ ਇਹਨੂੰ ਵੀ ਦਿੱਤਾ, ਇਹਨੂੰ ਵੀ ਦਿੱਤਾ 36 ਸਾਲ ਦੀ ਇਬਾਦਤ ਦਾ ਫਲ ਇੱਕ ਦਿਨ ਦੇ ਵਿੱਚ, ਇਹਨੂੰ ਵੀ ਦੇ ਦਿੱਤਾ ਕਿਉਂਕਿ ਇਹ ਮੰਗਦੀ ਸੀ। ਸੋ ਫਕੀਰ ਜਿਹੜਾ ਹੈ ਨਾ, ਪੂਰਨ ਫਕੀਰ, ਕਾਮਲ ਫਕੀਰ, ਐਸੀ ਬਾਰਿਸ਼ ਕਹਿ ਲਓ ਹੈ ਕਿ ਜਿੱਦਾਂ ਮੰਨ ਲਓ ਤੁਸੀਂ ਖੂਹ 'ਚੋਂ ਪਾਣੀ ਕੱਢੀ ਜਾਓ, 12 ਮਹੀਨੇ ਪਾਣੀ ਕੱਢ ਕੇ ਧਰਤੀ 'ਤੇ ਸਿੱਟੀ ਜਾਓ, ਉਹ ਧਰਤੀ ਨੂੰ 12 ਮਹੀਨੇ ਤੁਸੀਂ ਜਿਹੜਾ ਪਾਣੀ ਪਾਇਆ ਨਾ ਉਹਦੇ ਨਾਲ ਇੰਨੀ ਠੰਡਕ ਨਹੀਂ ਮਿਲਣੀ ਜਿਹੜੀ ਇੱਕ ਵਾਰੀ ਮੀਂਹ ਪੈ ਗਿਆ ਤਾਂ ਠੰਡਕ ਮਿਲ ਜਾਣੀ ਹੈ। ਸੋ ਮੁਰਸ਼ਦ ਉਹ ਬਾਰਿਸ਼ ਹੈ ਜਿਹਨੇ ਪਲਾਂ ਦੇ ਵਿੱਚ 36 ਸਾਲਾਂ ਦੇ ਹੰਕਾਰ ਦੀ ਸਫਾਈ ਕਰ ਦਿੱਤੀ ਇੱਕ ਪਲ ਦੇ ਵਿੱਚ, ਔਰ ਇੱਕ ਮਾਈ ਨੂੰ ਇੱਕੋ ਹੀ ਦਿਨ ਦੇ ਵਿੱਚ 36 ਸਾਲਾਂ ਦੀ ਇਬਾਦਤ ਦਾ ਫਲ ਦੇ ਦਿੱਤਾ। ਇਹ ਮੁਰਸ਼ਦ ਕਰਦੇ ਹੈ, ਕਾਮਲ ਪੀਰ ਫਕੀਰ ਗੁਰੂ ਰਹਿਬਰ ਕਰਦੇ ਹੈ। ਖਾਲੀ ਹੋ ਕੇ ਜਾਓ, ਜਦੋਂ ਵੀ ਕਹਿੰਦੇ ਜਾਣਾ ਹੈ ਖਾਲੀ ਹੋ ਕੇ ਜਾਓ, ਆਪਣਾ ਹੰਕਾਰ ਘਰ ਛੱਡ ਕੇ ਜਾਓ, ਆਪਣੇ ਰੋਲੇ ਰੱਪੇ ਮਾਲਕ ਨੂੰ ਆਪ ਹੀ ਕਹਿ ਦਿਓ ਕਿ ਬਾਬਾ ਜੀ ਆ ਗਏ ਆ, ਜੇ ਕੋਈ ਕੁਛ ਹੈਗਾ ਅੰਦਰ ਮਾੜਾ ਮੋਟਾ ਇਹ ਤਾਂ ਇਹ ਸਾਫ਼ ਤੁਸੀਂ ਹੀ ਕਰਨਾ ਹੈ, ਤੁਸੀਂ ਹੀ ਕਰਾਉਣਾ ਹੈ। ਖਾਲੀ ਹੋ ਕੇ ਜਾਓ, ਕਹਿੰਦੇ ਫਿਰ ਭਰਾਂਗੇ। ਹੁਣ ਜਦੋਂ ਬਾਬਾ ਫਰੀਦ ਜੀ ਖਾਲੀ ਹੋਏ ਤਾਂ ਬਖਤਿਆਰ ਕਾਕੀ ਸਾਹਿਬ ਨੇ ਆਵਾਜ਼ ਮਾਰੀ, ਆ ਜਾ ਆ ਜਾ, ਹੁਣ ਤੈਨੂੰ ਅਸੀਂ ਭਰਾਂਗੇ। ਔਰ ਇਹੀ ਗੱਲ ਸਾਈਂ ਫਰਮਾਉਂਦੇ ਸੀ ਕਿ ਖਾਲੀ ਨੂੰ ਛੇਤੀ ਭਰਦਾ ਹੈ। ਔਰ ਇਹੀ ਗੱਲ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਨੇ ਫਰਮਾਈ ਹੈ ਕਿ ਭਰਾ ਆਏ ਸੋ ਖਾਲੀ ਜਾਏ, ਖਾਲੀ ਆਏ ਭਰਾਏ, ਕਹੇ ਕਬੀਰ ਇਸ ਭੇਦ ਕੋ ਕੋਈ ਵਿਰਲਾ ਪ੍ਰੇਮੀ ਪਾਏ। ਸੋ ਬਾਬਾ ਜੀ ਸਾਰਿਆਂ ਨੂੰ ਸਲਾਮ ਹੈ। ਜੇ ਕੋਈ ਗੱਲ ਸੁਣਾਉਂਦਿਆਂ ਗਲਤੀ ਹੋ ਗਈ ਹੋਵੇ, ਮਾਫੀ ਦਾ ਹੱਕਦਾਰ ਹਾਂ। ਆਪਣੀਆਂ ਦੁਆਵਾਂ ਦੇ ਵਿੱਚ ਯਾਦ ਰੱਖਿਓ। ਜੈ ਸਾਈਂ ਜੀ ਦੀ, ਜੈ ਬਾਬਾ ਮੁਰਾਦ ਸ਼ਬੜੀ ਜੀ, ਜੈ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਦੀ। ਸਭ ਨੂੰ ਸਲਾਮ ਹੈ ਜੀ।